ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੈ ਬਾਰ। ਜਿਉ ਬਨ ਫਲ ਪਾ ਕੇ ਭੋਏ ਗਿਰਹੇ, ਬਾਹਰ ਨਾ ਲਾਗੈ ਡਾਰ। ਬੇਸ਼ੁਮਾਰ ਅਥਾਹ ਅਗਣਤ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨਸ ਕਹੇ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰੁ ਸਿਫਤ ਤੁਮਾਰੀ, आप लेहो तुम कथा सुधारी। जाको हर रंग लागहो इस जुग में, सो कहियत है सुरा। आत्म जिने सगल वस पाकै, जाका सतगुर पूरा। सतनाम वाहिगुरु साहिब जियो। गौड़ी महला पंजवा। जल थल महियल पूरन हर मीत, भ्रम बिन से गाए गुण नीत। जल थल महियल पूरन हर मीत, भ्रम बिन से गाए गुण नीत।
ਉਠਤ ਸੋਵਤ ਹਰ ਸੰਗ ਪਹਰਵਾ। ਜਾ ਕੈ ਸਿਮਰਨ ਜਮ ਨਹੀਂ ਡਰੁਆ। ਰਹਾਉ ਚਰਨ ਕਮਲ ਪ੍ਰਭ ਹਿਰਦੈ ਨਿਵਾਸ। ਸਗਲ ਦੁਖ ਕਾ ਹੋਇਆ ਨਾਸ। ਆਸਾ ਮਾਨ ਤਾਨ ਧਨ ਏਕ। ਸਾਚੇ ਸਾਹ ਕੀ ਮਨ ਮਹਿ ਟੇਕ। ਮਹਾ ਗਰੀਬ ਜਨ ਸਾਧ ਅਨਾਥ। ਨਾਨਕ ਪ੍ਰਭ ਰਾਖੇ ਦੇ ਹਾਥ। ਮਹਾ ਗਰੀਬ ਜਨ ਸਾਧ ਅਨਾਥ। ਨਾਨਕ ਪ੍ਰਭ ਰਾਖੇ ਦੇ ਹਾਥ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਹੋ ਜੁਗ ਅਟਲ ਸਾਹਿਬ ਸਤਿਗੁਰੂ ਦੀਨਾ ਬੰਧੂ ਕਿਰਪਾਲੂ ਦਾਤਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਿਹਰਮਤ ਦਾ ਸਦਕਾ ਅੱਜ ਅਸੀਂ ਹਜ਼ੂਰ ਦੀ ਨਿੱਕੀ ਗੋਦ ਦਾ ਆਨੰਦ ਮਾਣ ਰਹੇ ਹਾਂ। ਦਾਸ ਤੋਂ ਪਹਿਲਾਂ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਉਹਨਾਂ ਨੇ ਆਪ ਜੀ ਨੂੰ ਆਸਾ ਕੀ ਵਾਰ ਦੇ ਰਸ ਭਿੰਨੇ ਕੀਰਤਨ ਸਰਵਣ ਕਰਾਏ। ਉਪਰੰਤ ਜੋ ਇਸ ਅਸਥਾਨ ਦੀ ਮਰਿਆਦਾ ਹੈ, ਲੜੀਵਾਰ ਗੁਰ ਸ਼ਬਦ ਵਿਚਾਰ ਜੋ ਆਪ ਜੀ ਨੇ ਦਾਸ ਪਾਸੋਂ ਪਾਠ ਸਰਵਣ ਕੀਤਾ ਹੈ, ਇਹ ਅੰਮ੍ਰਿਤ ਸ਼ਬਦ ਗੌੜੀ ਰਾਗ ਅੰਦਰ ਪੰਚਮ ਪਾਤਸ਼ਾਹ ਦਾਤਾਰ ਪਿਤਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 196 ਅੰਗ ਉੱਪਰ ਪਵਿੱਤਰ ਸੁਭਾਏਮਾਨ ਹੈ। ਔਰ ਜਿਵੇਂ ਕਿ ਆਪ ਜੀ ਨੂੰ ਪਤਾ ਹੈ, ਸੰਤ ਬਾਬਾ ਅਮੀਰ ਸਿੰਘ ਜੀ और आप संगत के सहयोग सदका जो इस बार दातार पिता धन गुरु नानक साहब महाराज हजूर दे 550 साला प्रकाश पुरब नूं समर्पित और जो हर साल
ਸਾਲਾਨਾ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਕਰਵਾਇਆ ਜਾਂਦਾ ਹੈ। ਅੱਜ ਅਸੀਂ ਸਾਰੇ ਤੀਸਰੇ ਔਰ ਆਖਰੀ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਹਾਂ। ਵਡਭਾਗੇ ਹੋ ਜੋ ਉਸ ਅਕਾਲ ਪੁਰਖ ਨੇ ਰਹਿਮਤ ਕੀਤੀ, ਦੁਨੀਆ ਦੇ ਸਾਰੇ ਨਿੱਜੀ ਕੰਮਾਂ ਨੂੰ ਸੰਕੋਚ ਕਰਕੇ ਗੁਰੂ ਕੀ ਨਦਰ ਦੇ ਪਾਤਰ ਬਣਨ ਵਾਸਤੇ ਗੁਰੂ ਦਰਬਾਰ ਵਿੱਚ ਸੱਜ ਬੈਠੇ ਹਾਂ। ਅੱਜ ਦੇ ਇਹਨਾਂ ਅੰਮ੍ਰਿਤ ਬਚਨਾਂ ਦੇ ਅੰਦਰ ਹਜ਼ੂਰ ਨੇ ਕਿਰਪਾਲਤਾ ਕੀਤੀ, ਰਹਿਮਤ ਕੀਤੀ ਔਰ ਤਿੰਨ ਗੱਲਾਂ ਦਾ ਜ਼ਿਕਰ ਹਜ਼ੂਰ ਨੇ ਅੱਜ ਕੀਤਾ ਹੈ ਕਿ ਉਹ ਅਕਾਲ ਪੁਰਖ ਪਰਿਪੂਰਨ ਪਰਮੇਸ਼ਵਰ ਹਰ ਇੱਕ ਥਾਂ ਉੱਪਰ ਸਰਵ ਵਿਆਪਕ ਹੈ ਔਰ ਜੋ ਇਹ ਖੇਡ ਵਰਤ ਰਹੀ ਹੈ ਸਭ ਕੁਝ ਉਹ ਪਰਿਪੂਰਨ ਅਕਾਲ ਪੁਰਖ ਆਪ ਵਰਤਾ ਰਿਹਾ ਹੈ। ਦੂਸਰਾ ਹਜ਼ੂਰ ਨੇ ਬਚਨ ਕੀਤਾ ਕਿ ਜਿਹੜੇ ਵੀ ਮਨੁੱਖ, ਜਿਹੜੇ ਵੀ ਜੀਵ ਨੇ ਸੰਸਾਰ ਅੰਦਰ ਆ ਕੇ ਉਸ ਅਕਾਲ ਪੁਰਖ ਦੀ ਟੇਕ ਨੂੰ ਮਾਣਿਆ ਹੈ, ਉਸ ਦੀ ਟੇਕ ਨੂੰ ਤੱਕਿਆ ਹੈ ਤੇ ਸੱਚ ਜਾਣੋ ਸਿਮਰਨ ਕਰ ਕਰਕੇ ਉਸ ਨੇ ਆਪਣਾ ਅੰਦਰ ਇੰਨਾ ਕੁ ਨਿਰਮਲ ਕਰ ਲਿਆ ਕਿ ਜਿਸ ਵੇਲੇ ਇਹ ਮਨੁੱਖਾ ਜਾਮਾ ਛੱਡ ਕੇ ਜਾਣਾ ਹੈ ਤੇ ਉਸ ਨੂੰ ਜਮਾ ਦਾ ਭੈ ਨਹੀਂ। ਆਓ ਅੱਜ ਅਸੀਂ ਗੁਰੂ ਕਿਰਪਾ ਸਦਕਾ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਕਰਨੀ ਹੈ। ਧੰਨ ਗੁਰੂ ਅਰਜਨ ਦੇਵ ਦਾਤਾਰ ਪਿਤਾ ਕਿਰਪਾ ਕਰਨ, ਆਪ ਸਮੂਹ ਸੰਗਤ ਅਸੀਸ ਬਖਸ਼ਿਸ਼ ਕਰੋ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਵਾਰ ਫਿਰ ਕਿਰਪਾਲਤਾ ਰਹਿਮਤ ਕਰੋ, ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਹਜ਼ੂਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਦੋਂ ਅਸੀਂ ਅੰਮ੍ਰਿਤ ਬਾਣੀ ਦਾ ਪਾਠ ਕਰਦੇ ਹਾਂ, ਭਗਤ ਨਾਮਦੇਵ ਜੀ ਨੇ ਜੋ ਇਹ ਅਕਾਲ ਪੁਰਖ ਸਰਵ ਵਿਆਪਕ ਹੈ ਔਰ ਜਿਸ ਨੇ ਆ ਕਰਕੇ ਉਸ ਅਕਾਲ ਪੁਰਖ ਦਾ ਸਿਮਰਨ ਕਰਕੇ ਇਸ ਗੁਰੂ ਕੇ ਰਮਜ ਨੂੰ, ਗੁੱਝੇ ਭੇਦ ਨੂੰ ਸੁਝਾਣ ਲਿਆ ਹੈ, ਉਹਨਾਂ ਪਰਥਾਏ ਅੰਮ੍ਰਿਤ ਬਚਨ ਕਰਦੇ ਹਨ। ਕਹਿੰਦੇ ਹਨ ਕਿ ਇਹ ਅਕਾਲ ਪੁਰਖ ਦੀ ਸ੍ਰਿਸ਼ਟੀ ਹੈ, ਇਹ ਸਾਰੀ ਖੇਡ ਉਸ ਨੇ ਆਪ ਵਰਤਾਈ ਹੈ। ਹਰ ਇੱਕ ਪਾਸੇ ਉਸ ਅਕਾਲ ਪੁਰਖ ਦਾ ਪਸਾਰਾ ਹੈ ਔਰ ਇੱਕ ਦ੍ਰਿਸ਼ਟਾਂਤ ਦੇ ਕੇ ਸਮਝਾਉਣ ਲੱਗੇ, ਜਿਵੇਂ ਇੱਕ ਮਾਲਾ ਅੰਦਰ ਅਨੇਕਾਂ ਮੋਤੀ ਪਰੋਏ ਹੋਣ ਪਰ ਉਹਨਾਂ ਦਾ ਇੱਕ ਮੇਰੂ ਮਣਕਾ ਹੈ ਜਿਹੜਾ ਉਸ ਸਾਰੀਆਂ ਮਾਲਾ ਦੇ ਮੋਤੀ ਦੇ ਮਣਕਿਆਂ ਨੂੰ ਇਕੱਤਰ ਕੀਤਾ ਹੋਇਆ ਹੈ, ਇਕੱਠਾ ਕਰਕੇ ਰੱਖਿਆ ਹੋਇਆ ਹੈ। ਐਸੇ ਤਰ੍ਹਾਂ ਸੰਸਾਰ ਦੇ ਅੰਦਰ ਇਹ ਸਾਰੀ ਖੇਡ ਉਸ ਅਕਾਲ ਪੁਰਖ ਦੀ ਹੈ ਤੇ ਅਸੀਂ ਜਿੰਨੇ ਵੀ ਜੀਵ ਆਏ ਹਾਂ ਉਸ ਦੇ ਹੁਕਮ ਅੰਦਰ ਆਏ ਹਾਂ, ਉਸ ਦੀ ਰਜ਼ਾ ਅੰਦਰ ਆਏ ਹਾਂ ਔਰ ਸੱਚ ਹੈ ਜਿਸ ਵੇਲੇ ਉਸ ਦਾ ਹੁਕਮ ਹੋਇਆ ਸਾਨੂੰ ਬਿਨਾਂ ਕਿਸੇ ਦੀ ਇਜਾਜ਼ਤ ਤੋਂ ਇਹ ਮਨੁੱਖਾ ਜਾਮਾ ਛੱਡ ਕੇ ਜਿੱਥੋਂ ਆਏ ਹਾਂ ਉੱਥੇ ਵਾਪਸ ਜਾਣਾ ਹੀ ਪੈਣਾ ਹੈ। ਪਰ ਜਾਣ ਵਿੱਚ ਵੀ ਅੰਤਰ ਹੈ। ਜਿਨ੍ਹਾਂ ਨੇ ਸਿਮਰਨ ਕੀਤਾ, ਹਜ਼ੂਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਚਨ ਕੀਤਾ, ਉਹਨਾਂ ਨੂੰ ਜਮਾ ਦਾ ਡਰ ਨਹੀਂ ਰਹਿ ਗਿਆ, ਉਹਨਾਂ ਵਾਸਤੇ ਜਮਾ ਦਾ ਭੈ ਖਤਮ ਹੋ ਗਿਆ ਹੈ। ਤੇ ਜਿਨ੍ਹਾਂ ਆ ਕੇ ਆਪਣੀ ਮਨ ਦੀ ਬਿਰਤੀ ਨੂੰ ਅੱਗੇ ਰੱਖ ਦਿੱਤਾ ਤੇ ਸਿਮਰਨ ਨਹੀਂ ਕੀਤਾ, ਸੱਚ ਜਾਣਿਆ ਜੇ
ਉਹਨਾਂ ਵਾਸਤੇ ਜੰਮ ਵੀ ਹਨ। ਅਸੀਂ ਆਮ ਤੌਰ 'ਤੇ ਇੱਕ ਉਦਾਹਰਨ ਵੇਖੀਏ, ਸੰਸਾਰ ਅੰਦਰ ਜਿਹੜਾ ਮਨੁੱਖ ਨਿਰਮਲ ਕਰਮ ਕਰਦਾ ਹੈ, ਭੈ ਭਾਵਨੀ ਅੰਦਰ ਚੱਲਦਾ ਹੈ, ਜੇ ਉਹ ਬਹੁਤੇ ਵੱਡੇ ਸ਼ਹਿਰ ਵਿੱਚ ਰਹਿ ਰਿਹਾ ਹੈ, ਹੋ ਸਕਦਾ ਹੈ ਉਸਨੇ ਕਦੀ ਥਾਣੇ ਦਾ ਮੂੰਹ ਵੀ ਨਾ ਵੇਖਿਆ ਹੋਵੇ, ਕਿਉਂਕਿ ਉਸ ਦੇ ਕਰਮ ਅਜਿਹੇ ਨਹੀਂ। ਪਰ ਜਿਹੜੇ ਮਾੜੇ ਕਰਮ ਕਰਦੇ ਹਨ ਉਹਨਾਂ ਵਾਸਤੇ ਥਾਣਾ ਵੀ ਹੈ, ਉਹਨਾਂ ਵਾਸਤੇ ਸਜ਼ਾ ਵੀ ਨਿਯੁਕਤ ਕੀਤੀ ਗਈ ਹੈ ਅਤੇ ਉਹਨਾਂ ਵਾਸਤੇ ਉਹ ਸਜ਼ਾ ਦਾ ਭੁਗਤਾਨ ਕਰਨ ਦਾ ਸਮਾਂ ਵੀ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਜਿਹੜੇ ਨਿਰਮਲ ਕਰਮ ਕਰਦੇ ਹਨ ਉਹਨਾਂ ਵਾਸਤੇ ਜੰਮ ਵੀ ਨਹੀਂ ਹਨ, ਪਰ ਜਿਹੜਾ ਨਿਰਮਲ ਕਰਮ ਤੋਂ ਰਹਿਤ ਹੋ ਕਰਕੇ ਕੇਵਲ ਤੇ ਕੇਵਲ ਦੁਖਕਰਮ ਹੀ ਕਰਦਾ ਹੈ, ਔਰ ਸੰਸਾਰ ਅੰਦਰ ਇਸੇ ਗੱਲ ਦਾ ਪ੍ਰਮਾਣ ਦਿੰਦਾ ਹੈ ਕਿ ਜੋ ਮੈਂ ਕਰਮ ਕਰ ਰਿਹਾ ਹਾਂ ਇਹ ਸਭ ਤੋਂ ਸ੍ਰੇਸ਼ਟ ਹਨ। ਫਿਰ ਸੱਚ ਜਾਣਿਆ ਜੇ ਹਜ਼ੂਰ ਕਹਿੰਦੇ ਹਨ, ਮਨੁੱਖਾ ਜਮਾ ਛੱਡਣ ਲੱਗਿਆ ਉਸ ਦਾ ਜਮਾ ਦੇ ਨਾਲ ਵਾਹ ਵੀ ਪਏਗਾ। ਤੇ ਭਗਤ ਨਾਮਦੇਵ ਜੀ ਕਹਿਣ ਲੱਗੇ, ਸਰਬ ਅਨੇਕ ਪੂਰਕ ਵਿਆਪਕ ਜਤ ਦੇਖੋ ਤਤ ਸੋਈ, ਸੂਤ ਏਕ ਮਨ ਸਤ ਸਹੰਸ ਜੈਸੇ, ਓਤ ਪੋਤ ਪ੍ਰਭ ਸੋਈ, ਸਭ ਗੋਬਿੰਦ ਹੈ ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਸ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਨਹੀਂ। ਪਰ ਸੱਚ ਇਹ ਹੈ, ਇਹ ਵੇਖਣ ਵਾਸਤੇ ਵੀ ਗੁਰੂ ਦੀ ਕਿਰਪਾ, ਗੁਰੂ ਦੀ ਨਜ਼ਰ ਚਾਹੀਦੀ ਹੈ। ਬਾਬਾ ਫਰੀਦ ਸਾਹਿਬ ਜੀ ਨੇ ਇਸੇ ਪ੍ਰਥਾਏ ਇਹ ਅੰਮ੍ਰਿਤ ਬੋਲ ਕੀਤੇ। ਉਹਨਾਂ ਕਿਹਾ, ਜਿਨ੍ਹੇ ਆ ਕੇ ਸਿਮਰਨ ਕੀਤਾ ਹੈ, ਸੱਚ ਇਹ ਹੈ ਅਸਲ ਮਨੋਰਥ ਹੀ ਇਹ ਸੀ ਕਿ ਆ ਕੇ ਪਰਿਪੂਰਨ ਅਕਾਲ ਪੁਰਖ ਦੀ ਯਾਦ ਵਿੱਚ ਜੁੜਨਾ, ਸਿਮਰਨ ਕਰ ਕਰਕੇ ਮਨੁੱਖਾ ਦੇਹੀ ਛੱਡਣ ਤੋਂ ਪਹਿਲਾਂ ਗੁਰੂ ਚਰਨਾਂ ਅੰਦਰ ਅਭੇਦ ਹੋ ਜਾਣਾ। ਪਰ ਆ ਕੇ ਮਨੁੱਖ ਰਸਾਂ ਕਸਾਂ ਪਦਾਰਥਾਂ ਦੇ ਵਿੱਚ ਹੀ ਫਸਿਆ ਰਿਹਾ, ਇਹਨਾਂ ਨੂੰ ਹੀ ਆਪਣਾ ਜੀਵਨ ਬਸਰ ਕਰਨ ਦਾ ਇੱਕ ਢਾਂਚਾ ਸਮਝ ਲਿਆ, ਇੱਕ ਢੰਗ ਸਮਝ ਲਿਆ। ਤੇ ਉਹਨਾਂ ਕਿਹਾ ਸੀ, ਜਿਹੜਾ ਬੇੜਾ ਤਿਆਰ ਕਰਨਾ ਸੀ ਨਾਮ ਜਪ ਕੇ, ਉਸ ਤੋਂ ਵਾਂਝਾ ਰਹਿ ਗਿਆ। ਤੇ ਕੁਝ ਕੁ ਉਦਾਹਰਨਾਂ ਦੇ ਕੇ ਬਾਬਾ ਫਰੀਦ ਸਾਹਿਬ ਜੀ ਸਮਝਾਉਂਦੇ ਨੇ। ਬਾਬਾ ਫਰੀਦ ਸਾਹਿਬ ਜੀ ਪਹਿਲੀ ਉਦਾਹਰਨ ਵਿੱਚ ਕਹਿੰਦੇ, ਮੰਨ ਲਓ ਦੋ ਮਨੁੱਖ ਹਨ, ਉਹਨਾਂ ਦੇ ਘਰ ਦਿਆਂ ਸਾਹਮਣਿਓਂ ਦਰਿਆ ਠਾਠਾ ਪਿਆ ਮਾਰ ਕੇ ਲੰਘਦਾ ਹੈ। ਜਿਹੜਾ ਸੁਚੱਜਾ ਮਨੁੱਖ ਹੈ, ਜਿਸ ਨੂੰ ਸੂਝ ਹੈ ਕਿ ਅੱਜ ਜਿਹੜਾ ਦਰਿਆ ਠਾਠਾ ਪਿਆ ਮਾਰ ਕੇ ਆ ਰਿਹਾ ਹੈ, ਚੜ੍ਹ ਕੇ ਆ ਰਿਹਾ ਹੈ, ਕਿਨਾਰਿਆਂ ਤੋਂ ਹੋ ਕੇ ਵਾਪਸ ਪਰਤਦਾ ਹੈ, ਕੱਲ੍ਹ ਨੂੰ ਹੋ ਸਕਦਾ ਹੈ ਇਹ ਚੜ੍ਹ ਕੇ ਆਵੇ ਔਰ ਮੈਨੂੰ ਡੋਬ ਦਵੇ, ਉਹ ਦਰਿਆ ਦੇ ਚੜ੍ਹ ਕੇ ਆਉਣ ਤੋਂ ਪਹਿਲਾਂ ਇੱਕ ਬੇੜਾ ਤਿਆਰ ਕਰ ਲੈਂਦਾ ਹੈ। ਤੇ ਬਾਬਾ ਫਰੀਦ ਸਾਹਿਬ ਜੀ ਨਾਲ ਹੀ ਕਹਿਣ ਲੱਗੇ, ਕਿੰਨਾ ਅਭਾਗਾ ਉਹ ਮਨੁੱਖ ਜਿਸ ਨੂੰ ਇਸ ਗੱਲ ਦਾ ਵੀ ਪਤਾ ਹੈ ਕਿ ਇਹ ਦਰਿਆ ਚੜ੍ਹ ਕੇ ਆ ਰਿਹਾ ਹੈ, ਤੇ ਜੇ ਬੇੜਾ ਤਿਆਰ ਨਾ ਕੀਤਾ ਅੰਤ ਨੂੰ ਪਛਤਾਵੇ ਤੋਂ ਬਿਨਾਂ ਪੱਲੇ ਕੁਝ ਨਹੀਂ ਰਹਿ ਜਾਣਾ। ਫਿਰ ਦੂਸਰੀ ਗੱਲ ਉਹਨਾਂ ਜਿਹੜੀ ਉਦਾਹਰਨ ਲਈ, ਉਹਨਾਂ ਕਿਹਾ, ਫਿਰ ਜਦੋਂ ਇਹ ਮਨੁੱਖਾ ਦੇਹੀ ਛੱਡ ਕੇ ਜਾਏਗਾ, ਜਿਹੜੇ ਪਤੀ ਪਰਮੇਸ਼ਵਰ ਆਪਣੇ ਸ਼ੌਹ ਦੇ ਕੋਲ ਜਾਣਾ ਹੈ, ਫਿਰ ਉਸ ਦੇ ਸਖਤ ਬੋਲਾਂ ਨੂੰ ਕਿਵੇਂ ਸਹਾਰੇਗਾ? ਕਿਉਂਕਿ ਜਿਹੜਾ ਕਰਮ ਸੀ ਆ ਕੇ ਉਸ ਅਕਾਲ ਪੁਰਖ ਦੀ ਯਾਦ ਵਿੱਚ ਜੁੜਨਾ, ਉਹ ਤਾਂ ਕਰਮ ਅਸੀਂ ਕਮਾਇਆ ਹੀ ਨਹੀਂ, ਕੀਤਾ ਹੀ ਨਹੀਂ, ਫਿਰ ਉਸ ਦੇ ਬੋਲਾਂ ਨੂੰ ਕਿਵੇਂ ਸਹਾਰੇਗਾ? ਤੇ ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ, ਇਹ ਸਰੀਰ ਵੀ ਇੱਕ ਬੇੜਾ ਹੈ। ਇਹ ਸਰੀਰ ਦਾ ਬੇੜਾ ਸੀ, ਸਿਮਰਨ ਔਰ ਸੇਵਾ ਦੇ ਚੱਪੂ ਮਾਰ ਮਾਰ ਕੇ ਇਸ ਨੂੰ ਇਸ ਫਾਨੀ ਸੰਸਾਰ ਦੇ ਅੰਦਰੋਂ ਪਾਰ ਕਰਨਾ ਸੀ। ਪਰ ਸੰਸਾਰੀ ਰਸਾਂ ਕਸਾਂ ਪਦਾਰਥਾਂ ਦੇ ਅੰਦਰ ਖਚਤ ਹੋ ਕਰਕੇ ਅਸਲ ਮੂਲ, ਅਸਲ ਦ੍ਰਿਸ਼ਟਾਂਤ ਤੋਂ ਸਿੱਖ ਵਾਂਝਾ ਰਹਿ ਗਿਆ। ਤੇ ਹਜ਼ੂਰ ਦਾ ਅੰਮ੍ਰਿਤ ਬੋਲ, ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ, ਭਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ, ਹੱਥ ਨਾ ਲਾਏ ਕਸੁੰਬੜੈ ਜਲ ਜਾਸੀ ਢੋਲਾ, ਇੱਕ ਆਪੀਨੇ ਪਤਲੀ ਸਹਿ ਕੇਰੇ ਬੋਲਾਂ। ਤੇ ਅੱਗੇ ਹਜ਼ੂਰ ਨੇ, ਅਸੀਂ ਪਿੰਡਾਂ ਵਾਲੇ ਬੈਠੇ ਹਾਂ ਤਕਰੀਬਨ, ਇੱਕ ਪੇਂਡੂ ਉਦਾਹਰਨ ਸਿੱਧੀ ਲਈ। ਉਹਨਾਂ ਕਿਹਾ, ਅਸੀਂ ਮੱਝ ਦੀਆਂ ਥਣਾਂ ਵਿੱਚੋਂ ਦੁੱਧ ਚੋਂਦੇ ਹਾਂ। ਤੇ ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ, ਮੈਨੂੰ ਅਜਿਹੀ ਕੋਈ ਸ਼ਕਤੀ ਵਿਖਾਓ ਜਿਹੜਾ ਇੱਕ ਵਾਰੀ ਮੱਝ ਦੇ ਥਣ ਦੇ ਵਿੱਚੋਂ ਦੁੱਧ ਚੋ ਲਿਆ ਜਾਵੇ ਤੇ ਦੁਬਾਰਾ ਉਹ ਦੁੱਧ ਮੱਝ ਦੀਆਂ ਥਣਾਂ ਅੰਦਰ ਪੈ ਸਕੇ। ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ, ਐਸੇ ਤਰ੍ਹਾਂ ਇਹ ਸਰੀਰ ਮਿਲਿਆ ਸੀ ਨਾਮ ਸਿਮਰਨ ਵਾਸਤੇ, ਸੇਵਾ ਸਿਮਰਨ ਵਾਸਤੇ, ਪਰ ਪਰਮਾਤਮਾ ਦੇ ਹੁਕਮ ਤੋਂ ਵਾਂਝਿਆ ਹੋ ਕੇ, ਬਾਗੀ ਹੋ ਕਰਕੇ, ਜਿਹਨੂੰ ਦਾਤਾਰ ਪਿਤਾ ਅੰਮ੍ਰਿਤ ਬਾਣੀ ਅੰਦਰ ਕਹਿੰਦੇ ਨੇ, ਵਿੱਚੋਂ ਗਰਭੈ ਨਿਕਲ ਆਇਆ ਖਸਮ ਵਿਸਾਰ,
ਦੁਨੀ ਚਿਤ ਲਾਇਆ। ਤੇ ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ, ਇਸੇ ਤਰ੍ਹਾਂ ਜੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਇੱਕ ਇੱਕ ਸਵਾਸ ਅਜਾਈ ਗਵਾ ਲਿਆ ਤੇ ਸੱਚ ਜਾਣੀ ਤੇਰਾ ਜਿਹੜਾ ਸਵਾਸ ਅੱਜ ਜਾ ਰਿਹਾ ਹੈ ਦੁਬਾਰਾ ਪਰਤ ਕੇ ਇਹਨੇ ਵੀ ਵਾਪਸ ਨਹੀਂ ਆਉਣਾ। ਜੇ ਨਾਮ ਜਪ ਕੇ ਬੇੜਾ ਨਾ ਤਿਆਰ ਕੀਤਾ, ਅੰਤ ਨੂੰ ਇਸ ਸਰੀਰ ਦੇ ਵਿੱਚੋਂ ਪ੍ਰਾਣ ਪੰਖੇਰੂਆਂ ਨੇ ਉੱਡ ਜਾਣਾ ਹੈ, ਉਡਾਰੀ ਮਾਰ ਜਾਣੀ ਹੈ। ਤੇਰੇ ਕੋਲ ਪਛਤਾਵੇ ਤੋਂ ਬਿਨਾਂ ਪੱਲੇ ਕੁਝ ਨਹੀਂ ਰਹਿ ਜਾਣਾ। ਹਜ਼ੂਰ ਦਾ ਅੰਮ੍ਰਿਤ ਬੋਲ, ਇੱਕ ਆਪੀਨੈ ਪਤਲੀ ਸ਼ਹਿ ਕੇਰੇ ਬੋਲਾ, ਦੁੱਧਾ ਥਣੀ ਨਾ ਆਵਈ ਫਿਰ ਹੋਏ ਨਾ ਮੇਲਾ, ਕਹੈ ਫਰੀਦ ਸਹੇਲੀ ਹੋ ਸਾਹੋ ਅਲਾਇਸੀ, ਹੰਸ ਚਲਸੀ ਡੁੰਮਣਾ ਇਹ ਧਨ ਢੇਰੀ ਥੀ ਸੀ। ਇਹ ਸਰੀਰ ਇੱਕ ਮਿੱਟੀ ਦੀ ਨਿਆਈ ਰਹਿ ਜਾਣਾ ਹੈ। ਤੇ ਗੁਰਬਾਣੀ ਦੇ ਵਿਸਥਾਰ ਵਿੱਚੋਂ ਹੀ ਜਦੋਂ ਅਸੀਂ ਅੰਮ੍ਰਿਤ ਬਚਨ ਪੜ੍ਹਦੇ ਹਾਂ, ਹਜ਼ੂਰ ਬਾਬਾ ਕਬੀਰ ਸਾਹਿਬ ਜੀ ਦਾ ਅੰਮ੍ਰਿਤ ਬਚਨ ਜਿਹੜਾ ਦਾਸ ਨੇ ਮੰਗਲਾਚਰਨ ਦੇ ਵਿੱਚ ਉਚਾਰਨ ਕੀਤਾ ਔਰ ਆਪ ਨੇ ਸਰਵਣ ਕੀਤਾ ਹੈ, ਹਜ਼ੂਰ ਦਾ ਉਹ ਅੰਮ੍ਰਿਤ ਬਚਨ ਹੈ। ਉਹ ਕਹਿੰਦੇ ਹਨ, ਇਹ ਸਰੀਰ ਬਹੁਤ ਅਮੋਲਕ ਹੈ, ਇਸ ਦੀ ਕੀਮਤ ਅਦਾ ਨਹੀਂ ਕੀਤੀ ਜਾ ਸਕਦੀ। ਸੱਚ ਇਹ ਹੈ, ਇਸ ਦੀ ਕੀਮਤ ਨੂੰ ਜਾਣਿਆ ਨਹੀਂ ਜਾ ਸਕਦਾ। ਤੇ ਇੱਕ ਉਦਾਹਰਨ ਉਹਨਾਂ ਨੇ ਇਸੇ ਪ੍ਰਥਾਏ ਲਈ ਉਹ ਭਲਿਆ ਸੰਸਾਰ ਅੰਦਰ ਆਉਣ ਦਾ ਅਸਲ ਕਰਮ ਸੀ ਪਰਮਾਤਮਾ ਦਾ ਨਾਮ ਜਪ ਕੇ ਸਰੀਰ ਛੱਡਣ ਤੋਂ ਪਹਿਲਾਂ ਸਾਈਂ ਦੇ ਚਰਨਾਂ ਵਿੱਚ ਅਭੇਦ ਹੋਣਾ। ਤੇ ਇੱਕ ਉਦਾਹਰਨ ਲੈ ਕੇ ਕਹਿਣ ਲੱਗੇ, ਮੰਨ ਲਓ ਇੱਕ ਟਾਹਣੀ ਦੇ ਨਾਲੋਂ ਬੂਰ ਹੋਇਆ, ਬੂਰ ਤੋਂ ਫਲ ਦਾ ਵਿਕਾਸ ਹੋਇਆ। ਜਿਉਂ-ਜਿਉਂ ਫਲ ਦਾ ਵਿਕਾਸ ਹੁੰਦਾ ਹੈ, ਸ਼ੁਰੂਆਤ ਅੰਦਰ ਉਸ ਦੇ ਵਿੱਚ ਕੁੜੱਤਣ ਹੈ, ਖਟਿਆਈ ਹੈ, ਪਰ ਜਿਸ ਦਿਨ ਉਹ ਰਸ ਦੇ ਨਾਲ ਭਰ ਕੇ ਭਰਪੂਰ ਹੋਇਆ, ਉਸਨੇ ਟਾਹਣ ਤੋਂ ਇਜਾਜ਼ਤ ਨਹੀਂ ਲਈ ਕਿ ਮੈਂ ਇਸ ਟਾਹਣ ਨੂੰ ਛੱਡ ਦੇਵਾਂ। ਇਸੇ ਤਰ੍ਹਾਂ ਬਾਬਾ ਕਬੀਰ ਸਾਹਿਬ ਜੀ ਕਹਿਣ ਲੱਗੇ, ਮਨੁੱਖਾ ਜਾਮਾ ਵੀ ਇਉਂ ਸੀ, ਆ ਕੇ ਉਸ ਦਾਤਾਰ ਦੀ, ਉਸ ਅਕਾਲ ਪੁਰਖ ਦੀ ਯਾਦ ਵਿੱਚ ਜੁੜਨਾ ਸੀ, ਪਰ ਪਰਮਾਤਮਾ ਦੇ ਹੁਕਮ ਤੋਂ ਬਾਗੀ ਹੋਇਆ, ਹੁਕਮ ਤੋਂ ਵਾਂਝਿਆ ਰਹਿ ਕਰਕੇ ਨਾਮ ਨਹੀਂ ਜਪਿਆ। ਤੇ ਹਜ਼ੂਰ ਦੀ ਅੰਮ੍ਰਿਤ ਬਾਣੀ ਦਾ ਬੋਲ ਹੈ, ਜਿਨ੍ਹਾਂ ਨਾਮ ਨਹੀਂ ਜਪਿਆ ਉਹਨਾਂ ਦੇ ਤੇ ਮੁਖ ਵੀ ਡਰਾਵਣੇ ਹਨ ਤੇ ਉਹਨਾਂ ਦੀ ਸੰਗਤ ਕੋਲੋਂ ਵੀ ਦੂਰ ਰਹਿਣਾ ਚਾਹੀਦਾ ਹੈ। ਇਹ ਗੁਰਬਾਣੀ ਦਾ ਅੰਮ੍ਰਿਤ ਬੋਲ ਹੈ। ਤੇ ਬਾਬਾ ਕਬੀਰ ਸਾਹਿਬ ਜੀ ਕਹਿਣ ਲੱਗੇ, ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੈ ਬਾਰ, ਜਿਉ ਬਨ ਫਲ ਪਾ ਕੇ ਭੋਏ ਗਿਰਹਿ, ਬਾਹਰ ਨਾ ਲਾਗੈ ਡਾਰ। ਜਿਵੇਂ ਟਾਹਣੀ ਦੇ ਨਾਲੋਂ ਟੁੱਟਿਆ ਹੋਇਆ ਪੱਕਿਆ ਫਲ ਉਹ ਇਜਾਜ਼ਤ ਨਹੀਂ ਲੈਂਦਾ। ਸੱਚ ਜਾਣ, ਜਦੋਂ ਪਰਮਾਤਮਾ ਦਾ ਹੁਕਮ ਆਇਆ, ਇਜਾਜ਼ਤ ਇਸ ਸਰੀਰ ਨੇ ਵੀ ਨਹੀਂ ਲੈਣੀ। ਤੇ ਸਰੀਰ ਦੇ ਵਿੱਚ ਜਿਹੜੀ ਆਤਮਾ ਇਸ ਸਰੀਰ ਦਾ ਸੰਚਾਲਨ ਕਰ ਰਹੀ ਹੈ, ਉਸ ਦੇ ਪ੍ਰਾਣ ਪੰਖੇਰੂ ਹੁਕਮ ਅਨੁਸਾਰ ਚਲੇ ਜਾਣਾ ਹੈ। ਇਹ ਸਰੀਰ ਇੱਕ ਮਿੱਟੀ ਦੀ ਨਿਆਈ, ਇੱਕ ਢੇਰੀ ਹੋ ਕਰਕੇ ਰਹਿ ਜਾਣਾ ਹੈ। ਫਿਰ ਮਹਾਰਾਜ, ਜੇ ਇਹ ਸਰੀਰ ਨਾਮ ਜਪਣ ਵਾਸਤੇ ਮਿਲਿਆ ਹੈ, ਜੇ ਇਹ ਕੇਵਲ ਸੇਵਾ ਔਰ ਸਿਮਰਨ ਵਾਸਤੇ ਮਿਲਿਆ ਹੈ, ਤੇ ਤੁਸੀਂ ਇੱਕ ਕਿਰਪਾਲਤਾ ਕਰੋ, ਸਾਨੂੰ ਦੱਸਣਾ ਕਰੋ ਅਸੀਂ ਕਿੰਨਾ ਕੁ ਨਾਮ ਜਪੀਏ, ਕਿੰਨਾ ਕੁ ਸਾਈਂ ਦੀ ਯਾਦ ਵਿੱਚ ਜੁੜੀਏ। ਤੇ ਹਜ਼ੂਰ ਦਾ ਹੀ ਅੰਮ੍ਰਿਤ ਬੋਲ, ਉਹਨਾਂ ਕਿਹਾ, ਜਦੋਂ ਤੱਕ ਤੇਰੇ ਸਰੀਰ ਉੱਪਰ ਕੋਈ ਰੋਗ ਨਹੀਂ ਆ ਜਾਂਦਾ, ਜਦੋਂ ਤੱਕ ਤੇਰੀ ਬੋਲਣ ਵਾਲੀ ਜ਼ੁਬਾਨ ਥਿਰਕਣ ਨਾ ਲੱਗ ਜਾਵੇ, ਜਦੋਂ ਤੱਕ ਤੇਰੇ ਸਰੀਰ ਉੱਪਰ, ਤੇਰੇ ਪਰਿਵਾਰ ਉੱਪਰ, ਤੇਰੇ ਆਪਣੇ ਹਿਰਦੇ ਦੇ ਅੰਦਰ ਉਸ ਪਰਮਾਤਮਾ ਦੇ ਨਾਮ ਦੀ ਟੇਕ ਨਹੀਂ ਨਾ ਬਣਦੀ, ਉਹਨਾਂ ਚਿਰ ਤੱਕ ਤੂੰ ਸਾਈਂ ਦੀ ਚਰਨਾਂ ਦੇ ਵਿੱਚ ਜੁੜਨਾ ਹੈ। ਭਾਵ ਜਿੰਨਾ ਚਿਰ ਤੱਕ ਤੇਰੇ ਸਰੀਰ ਅੰਦਰ ਸਵਾਸ ਨੇ, ਉਹਨਾਂ ਚਿਰ ਤੱਕ ਗੁਰੂ ਦੀ ਭਗਤੀ ਦੇ ਅੰਦਰ ਜੁੜ। ਤੇ ਹਜ਼ੂਰ ਨੇ ਗੁਰਬਾਣੀ ਅੰਦਰ ਕਿਹਾ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਨੀ, ਭਜ ਲੇਹਰੇ ਮਨ ਸਾਰੰਗ ਪਾਨੀ। ਕਿਉਂ? ਅਬ ਨਾ ਭਜਸ ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਈ। ਜਦੋਂ ਅੰਤ ਵੇਲਾ ਨੇੜੇ ਆ ਗਿਆ, ਸੱਚ ਜਾਣੀ ਉਦੋਂ ਨਾਮ ਨਹੀਂ ਸਿਮਰਿਆ ਜਾਣਾ। ਕਿਉਂਕਿ ਮਨੁੱਖ ਦਾ ਇੱਕ ਸੁਭਾਅ ਹੈ, ਜਿਹੜੀਆਂ ਆਦਤਾਂ ਇਹਨੇ ਸ਼ੁਰੂ ਤੋਂ ਅਪਣਾਈਆਂ ਹੋਣ, ਲੰਮਾ ਸਮਾਂ ਉਹਨਾਂ ਆਦਤਾਂ ਦੇ ਵਿੱਚ ਰਹਿ ਕਰਕੇ, ਜਿਹਦੇ ਵਿੱਚ ਨਾ ਸੇਵਾ ਹੈ ਨਾ ਸਿਮਰਨ ਹੈ, ਅੰਤ ਵੇਲੇ ਆ ਕਰਕੇ ਜੇ ਕਿਤੇ ਮਨੁੱਖ ਇਹ ਕਵੇ ਕਿ ਨਾਮ ਜਪਣਾ ਹੈ ਤਾਂ ਕੋਈ ਨਹੀਂ, ਅਜੇ ਬਹੁਤ ਉਮਰ ਪਈ ਹੈ, ਲੰਬੇਰੀ ਉਮਰ ਹੈ, ਜਦੋਂ ਬਜ਼ੁਰਗ ਹੋਵਾਂਗੇ ਅੱਗੇ ਜਾ ਕੇ ਨਾਮ ਜਪ ਲਵਾਂਗੇ। ਪਰਦਾਸ ਬੇਨਤੀ ਕਰਦਾ ਹੁੰਦਾ ਹੈ, ਨਾਮ ਜਪਣ ਦੀ ਜਿਹੜੀ ਵਾਰੀ ਹੈ
ਉਹ ਐਸੇ ਜਨਮ ਅੰਦਰ ਹੈ ਤੇ ਇਹਨਾਂ ਸਵਾਸਾਂ ਦੇ ਅੰਦਰ ਹੈ, ਕਿਉਂਕਿ ਇਹਨਾਂ ਸਵਾਸਾਂ ਦਾ ਕੋਈ ਭਰੋਸਾ ਨਹੀਂ ਕਦੋਂ ਸਾਈਂ ਦਾ ਹੁਕਮ ਆਇਆ ਤੇ ਕਦੋਂ ਇਹ ਸਰੀਰ ਦੇ ਵਿੱਚੋਂ ਪ੍ਰਾਣ ਪੰਖੇਰੂ ਉੱਡ ਜਾਣੇ ਹਨ। ਹਮ ਆਦਮੀ ਹਾਂ ਇੱਕਦਮੀ ਮੋਹਲਤ ਮੌਤ ਨਾ ਜਾਣਾ, ਕੋਈ ਪਤਾ ਨਹੀਂ ਕਦੋਂ ਹੁਕਮ ਆਇਆ ਤੇ ਚਲੇ ਜਾਣਾ ਹੈ। ਤੇ ਹਜ਼ੂਰ ਨੇ ਗੁਰਬਾਣੀ ਵਿੱਚ ਸਪਸ਼ਟ ਤੌਰ ਤੇ ਕਹਿ ਦਿੱਤਾ, ਜੇ ਤੂੰ ਚਾਹੁੰਦਾ ਹੈ ਆਪਣਾ ਆਇਆ ਸਫਲਾ ਕਰੇ ਤਾਂ ਇੱਕ ਕਰਮ ਕਰ, ਆ ਕੇ ਉਸ ਸਾਈਂ ਦੀ ਯਾਦ ਦੇ ਵਿੱਚ ਜੁੜ ਜਾ। ਤੇ ਜਦੋਂ ਦਾਸ ਇਤਿਹਾਸ ਨੂੰ ਪੜ੍ਹਦਾ ਹੈ ਤੇ ਪੜ੍ਹਦਿਆਂ ਪੜ੍ਹਦਿਆਂ ਇੱਕ ਸੂਫੀ ਸੰਤ ਦਾ ਜ਼ਿਕਰ ਆਇਆ, ਉਸ ਦਾ ਜੋ ਨਾਮ ਹੈ ਸੂਫੀਆਂ ਦੇ ਇਤਿਹਾਸ ਦੇ ਵਿੱਚ ਉਸ ਦਾ ਜ਼ਿਕਰ ਹੈ ਤੇ ਨਾਮ ਉਸ ਦਾ ਆਇਆ ਹੈ ਇਬਰਾਹਿਮ ਅਦਮ। ਇਹ ਕੇਵਲ ਸਮਝਾਉਣ ਵਾਸਤੇ ਹੈ ਆਪਣੇ ਮਨ ਨੂੰ, ਕਿਉਂਕਿ ਜਦੋਂ ਜੁੜਨਾ ਹੈ ਸਾਨੂੰ ਪੈਮਾਨਾ ਤਿਆਰ ਕਰਨਾ ਪਵੇਗਾ, ਕੁਝ ਨਾ ਕੁਝ ਚੀਜ਼ ਨੂੰ ਪੱਕੀਆਂ ਮੰਨ ਕੇ ਚੱਲਣਾ ਪਵੇਗਾ। ਜਿੰਨਾ ਚਿਰ ਤੱਕ ਅਸੀਂ ਇੱਕ ਪੈਮਾਨਾ ਨਹੀਂ ਲੈਂਦੇ ਅਸੀਂ ਗੁਰੂ ਦਰ 'ਤੇ ਜੁੜ ਨਹੀਂ ਸਕਦੇ। ਜੇ ਆਏ ਹਾਂ ਭਾਵਾਂ ਕਿ ਸਾਡੇ ਆਉਣ ਦੀ ਜਿਹੜੀ ਇੱਛਾ ਹੈ ਕਿ ਮੈਨੂੰ ਗੁਰੂ ਦਰ ਦੇ ਉੱਤੋਂ ਪੈਸਾ ਮਿਲੇ, ਮਾਇਆ ਆਦਿਕ ਮਿਲੇ, ਦਮੜੇ ਮਿਲਣ, ਇੱਜ਼ਤ ਮਿਲੇ, ਮਾਣ ਸਤਿਕਾਰ, ਆਇਆ ਇੱਛਾ ਰੱਖ ਕੇ ਹੈ ਤੇ ਆ ਕੇ ਨਾਮ ਜਪੇ। ਤੇ ਗੁਰੂ ਸਾਹਿਬ ਨੇ ਗੁਰਬਾਣੀ ਅੰਦਰ ਇਹ ਨਹੀਂ ਕਿਹਾ ਕਿ ਇੱਛਾ ਰੱਖ ਕੇ ਆਇਆ ਹੈ ਨਾਮ ਜਪ ਰਿਹਾ ਹੈ, ਇਹ ਪ੍ਰਵਾਨ ਨਹੀਂ, ਮੁਬਾਰਕ ਹੈ। ਨਾਮ ਜਪਣਾ ਭਾਵੇਂ ਇੱਛਾ ਰੱਖ ਕੇ ਹੀ ਜਪਣਾ ਹੈ, ਪਰ ਜਦੋਂ ਜਪਦਿਆਂ ਜਪਦਿਆਂ ਗੁਰੂ ਦੀ ਨਜ਼ਰ ਵਰਤੇਗੀ ਸੱਚ ਜਾਣੀ, ਉਦੋਂ ਇੱਛਾ ਵੀ ਕਿਸੇ ਪ੍ਰਕਾਰ ਦੀ ਨਹੀਂ ਰਹਿਣੀ। ਉਦੋਂ ਨਾ ਕਿਸੇ ਰਾਜ ਭਾਗ ਦੀ ਇੱਛਾ ਹੋਵੇਗੀ ਤੇ ਨਾ ਹੀ ਕਿਸੇ ਮੁਕਤੀ ਦੀ ਇੱਛਾ ਹੋਵੇਗੀ। ਉਦੋਂ ਕੇਵਲ ਤੇ ਕੇਵਲ ਹਿਰਦੇ ਦੇ ਅੰਦਰ ਇਹੀ ਗੱਲ ਹੋਵੇਗੀ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਤੇ ਦਾਸ ਜਿਹੜਾ ਜ਼ਿਕਰ ਕਰ ਰਿਹਾ ਸੀ ਇਬਰਾਹਿਮ ਅਦਮ, ਉਸ ਸੂਫੀ ਸੰਤ ਦਾ ਜ਼ਿਕਰ ਆਇਆ ਹੈ। ਇਸ ਦੇ ਜੀਵਨ ਦੀਆਂ ਦੋ ਕੁ ਘਟਨਾ ਮੈਂ ਆਪ ਜੀ ਨਾਲ ਸਾਂਝੀਆਂ ਕਰ ਦੇਵਾਂ। ਸਭ ਤੋਂ ਪਹਿਲੀ ਘਟਨਾ ਜਿਹੜੀ ਇਹਦੇ ਨਾਲ ਵਾਪਰੀ, ਇੱਕ ਰਾਤ ਇਹ ਆਪਣੇ ਘਰ ਅੰਦਰ ਸੁੱਤਾ ਹੈ ਤੇ ਛੱਤ ਦੇ ਉੱਤੋਂ ਖੜਾਕ ਦੀ ਆਵਾਜ਼ ਹੋਈ, ਕਿਸੇ ਦੇ ਚੱਲਣ ਦੀ ਆਵਾਜ਼ ਆਈ। ਇਹ ਇੱਕੋ ਦਮ ਉੱਠਿਆ ਔਰ ਆਵਾਜ਼ ਦਿੰਦਾ ਹੈ, ਰਾਤ ਬਹੁਤੀ ਹਨੇਰੀ ਹੋ ਗਈ, ਅੱਧੀ ਰਾਤ ਨੂੰ ਛੱਤ ਉੱਪਰ ਕੌਣ? ਤੇ ਉੱਪਰੋਂ ਆਵਾਜ਼ ਆਈ, ਇਬਰਾਹਿਮ ਅਦਮ ਤੂੰ ਚੁੱਪ ਕਰਕੇ ਸੌਂ, ਮੈਂ ਤੇਰਾ ਕੁਝ ਲੈਣ ਨਹੀਂ ਆਇਆ, ਮੇਰਾ ਊਂਠ ਗਵਾਚ ਗਿਆ ਹੈ, ਮੈਂ ਆਪਣਾ ਊਂਠ ਲੱਭਣ ਆਇਆ ਹਾਂ। ਤੇ ਇਬਰਾਹਿਮ ਅਦਮ ਇੱਕੋ ਦਮ ਮੁਸਕਰਾ ਕੇ ਹੱਸ ਪਿਆ, ਕਹਿਣ ਲੱਗਾ, ਉਹ ਤੂੰ ਕਮਲਾ ਹੈ, ਕਦੀ ਅੱਜ ਤੱਕ ਸੁਣਿਆ ਹੈ ਕਿ ਛੱਤ ਉੱਤੇ ਊਂਠ ਗਵਾਚਿਆ ਹੋਵੇ? ਤੇ ਉਹ ਆਖਦਾ ਹੈ, ਇਬਰਾਹਿਮ ਤੈਨੂੰ ਇਸ ਗੱਲ ਦਾ ਪੱਕਾ ਦ੍ਰਿੜ ਨਿਸ਼ਚਾ ਹੈ ਕਿ ਛੱਤ ਦੇ ਉੱਪਰ ਊਂਠ ਨਹੀਂ ਗਵਾਚਦਾ? ਕਹਿੰਦਾ, ਬਿਲਕੁਲ, ਛੱਤ ਦੇ ਉੱਪਰ ਅੱਜ ਤੱਕ ਕਦੀ ਊਂਠ ਨਹੀਂ ਗਵਾਚਿਆ ਤੇ ਨਾ ਹੀ ਕਦੀ ਗਵਾਚਣਾ ਹੈ, ਇਹ ਤਾਂ ਕਪੋਲ ਬਾਤ ਹੈ, ਕਪੋਲ ਗੱਲ ਹੈ। ਤੇ ਉਹ ਕਹਿੰਦਾ ਹੈ, ਜੇ ਛੱਤ ਦੇ ਉੱਤੇ ਊਂਠ ਨਹੀਂ ਗਵਾਚਿਆ ਤੇ ਸੱਚ ਜਾਣ ਸੰਸਾਰੀ ਰਸਾਂ ਕਸਾਂ ਪਦਾਰਥਾਂ ਦੇ ਅੰਦਰ ਭਿੱਜਿਆਂ ਹੋਇਆਂ ਨੂੰ ਵੀ ਪਰਮਾਤਮਾ ਦੇ ਨਾਮ ਦਾ ਰਸ ਨਹੀਂ ਆ ਸਕਦਾ। ਨਾਮ ਤਾਂ ਉਦੋਂ ਹੀ ਆਏਗਾ ਜਦੋਂ ਆਪਣਾ ਆਪਾ ਗੁਰੂ ਨੂੰ ਸਮਰਪਣ ਕਰ ਦਿਆਂਗੇ। ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਜੇ ਪੁੱਛੀਏ, ਹਜ਼ੂਰ ਕੀ ਇਹ ਜੋ ਬਾਤ ਹੈ ਇਹ ਸੱਚ ਹੈ? ਤੇ ਹਜ਼ੂਰ ਨੇ ਗੁਰਬਾਣੀ ਅੰਦਰ ਇਸ ਗੱਲ ਨੂੰ ਸਪਸ਼ਟ ਕਰ ਦਿੱਤਾ, ਸਾਡੇ ਸਾਹਮਣੇ ਕਲੀਅਰ ਕਰਕੇ ਰੱਖ ਦਿੱਤਾ ਕਿ ਅਸੀਂ ਸੰਸਾਰ ਅੰਦਰ ਆਏ, ਰਸਾਂ ਕਸਾਂ ਦੇ ਅੰਦਰ ਰਹਿ ਗਏ, ਪਰਮਾਤਮਾ ਦੇ ਨਾਮ ਦਾ ਰਸ ਨਹੀਂ ਆਇਆ। ਕਾਰਨ ਇਹ ਸੀ, ਰਸ ਸੋਇਨਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮੀਠਾ, ਰਸ ਮਾਸ, ਪਿਆਰਿਆ ਏਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਇੰਨੇ ਰਸਾਂ ਨੂੰ ਪਹਿਲਾਂ ਪਾਲੀ ਬੈਠਾ ਹੈ ਤੇ ਆਸ ਰੱਖਣਾ ਹੈ ਪਰਮਾਤਮਾ ਦੇ ਨਾਮ ਦਾ ਰਸ ਆ ਜਾਵੇ। ਹਜ਼ੂਰ ਕਹਿਣ ਲੱਗੇ, ਇਹਦੇ ਲਈ ਤਾਂ ਕੁਰਬਾਨੀ ਕਰਨੀ ਪਵੇਗੀ, ਇਹਦੇ ਲਈ ਆਪਣਾ ਆਪਾ ਸਮਰਪਣ ਕਰੇਗਾ ਤਾਂ ਹੀ ਗੱਲ ਬਣੇਗੀ। ਤੇ ਜਿਨ੍ਹਾਂ ਨੇ ਆਪਣਾ ਆਪਾ ਸਮਰਪਣ ਕੀਤਾ ਹੈ, ਸੱਚ ਜਾਣੋ ਉਹੀ ਗੁਰੂ ਕੀ ਖੁਸ਼ੀ ਦੇ, ਗੁਰੂ ਕੀ ਨਦਰ ਦੇ ਪਾਤਰ ਬਣੇ ਹਨ। ਔਰ ਇਸ ਦੀ ਜਿਹੜੀ ਜੀਵਨ ਦੀ ਦੂਸਰੀ ਘਟਨਾ ਸੀ ਜਿਸ ਨੇ ਇਸ ਦੇ ਜੀਵਨ ਉੱਤੇ ਗਹਿਰਾ ਅਸਰ ਪਾਇਆ, ਇਹ ਜਿੱਥੇ ਇੱਕ ਸੂਫੀ ਸੰਤ ਸੀ, ਪਰ ਸੰਤ ਹੋਣ ਤੋਂ ਪਹਿਲਾਂ ਇਹ ਇੱਕ ਬਾਦਸ਼ਾਹ ਵੀ ਸੀ। ਤੇ ਜਿਸ ਵੇਲੇ ਇਹ ਬਾਦਸ਼ਾਹ ਸੀ ਨਾ, ਉਸ ਵੇਲੇ ਇਸ ਦੇ ਨਾਲ ਜਿਹੜੀ ਘਟਨਾ ਵਾਪਰੀ ਉਹ ਇਹ ਸੀ, ਇਹ ਆਪਣੇ ਕਮਰੇ ਅੰਦਰ ਸੁੱਤਾ ਹੈ
शाही दरबार ऊपर आध रात हुई, एक फकीर आया, उसने दस्तक दी ते दरबान जिहड़े दरबार के बाहर खड़े सन उन्हां अंदर जाण की इजाजत नहीं दी। पर इस दे अंदर भी एक चिणक सी, क्योंकि पहली घटना इस दे नाल वापर चुकी सी कि जिहड़ा संसार के पदार्थां दे अंदर खचित होया है उस दे अंदर नाम का रस नहीं आउंदा। ते दूसरी घटना जिस वेले ये वापरन लगी ते दरबानियां ने अंदर ना जान दिता, ये बादशाह आप बाहर चल के आ गया ते कहंदा है कि अध रात है, किस गल दा रोला है, की गल है, मैनू खुल के दसना करो, बयान करो। ते दरबान कहंदे हन महाराज ये फकीर आया है, आके सानू आखदा है मैं एक रात एक इस सराह दे अंदर ठहरना है। ते असी इनू क्या है, ये सराह नहीं, ये बादशाह दा घर है, उसकी अपनी हवेली है। ते उस फकीर दे जदों ये बोल सुने, इब्राहिम अदम कहन लगा फकीर जो दरबानिया ने कहा ये सच है, ये मेरा अपना घर है और ये सराह नहीं, जे तू टिकाणा ही करना है ते तेनू सराह दे अंदर टिकाणा करा देने हाँ। ते फकीर कहंदा है तुसी बादशाह हो, सुचज्जी मत है, मैनू एक गल का जवाब दिओ, सराह का अर्थ की है। तो इब्राहिम अदम कहन लगा सराह का अर्थ है कि जिथे मनुख ने एक या दो या तीन रातां रहना होवे, 4-5 रातां रह करके टिकाणा करके वापस अपने घर नूं परत जाना है, जिथे भाव सदा कोई एक थां टिकिया नहीं रहिंदा। सराह का अर्थ का भाव ही ये है। तो वह फकीर आखदा है मैं अज तो 50-70 साल पहला आया सा, इत्थे मैनू एक होर चेहरा दिसदा सी, दाड़ा सवेत सी, बजुर्ग सी। वो कहंदा है तू बिल्कुल सही पछाणिया, वो मेरे बजुर्ग सन। ते उन्हां कहा उस तो बाद मैं 30 साल बाद आया ते एक चेहरा मैनू होर दिसिया। इब्राहिम अदम कहंदा है वो मेरे पिता जी सन। ते उन्हां कहा जे अज तो 50-70 साल पहला वाले चेहरे नहीं रहे, अज उन्हां तो बाद तुसी आए हो ते आखदे हो मेरे बजुर्ग सन, मेरे वड्डे सन, जे वो नहीं रहे अज उन्हां दी थां तुसी बैठे हो ते उन्हां दा भी वो भी मैनू यही कहंदे सन ये साडा अपना घर है, टिकाणा सदा दा उन्हां दा भी नहीं रहा। ते तुसी किस हिसाब नाल कह रहे हो मेरा अपना घर है। बस अंदर सट लगी कि जे आए हाँ ते आया होया ने एक दिन जाना भी है, जान तो पहला कुछ अजिहा कर चलीए कि जान तो बाद भी सदा रहिंदी कायनात तक इतिहास अंदर नाम गूंजदा रवे। ते इतिहास सूफियां दा कहंदा है ये पूर्ण संत हो निबड़िया। ये जीवन उहदे दियां 2 घटना हन। पर जे धन श्री गुरु ग्रंथ साहिब महाराज जी तो पुछ लईए हजूर तुसी कृपालता करके रहमत करो, क्योंकि अज जिहड़ा हजूर दा अमृत बचन आया है इसे परथाए आया है कि ये संसार अंदर उस केवल तो केवल एक परिपूर्ण अकाल पुरख की खेड़ वरत रही है। केवल तो केवल उसका पसारा वरत रहा है, पर यह पसारा उसने आप पसारिया है। हजूर धन गुरु तेग बहादुर सच्चे पातशाह महाराज जी की अमृत बाणी का यह बोल है, अपनी माया आप पसारी आपै देखण हारा, नाना रूप धरे बहुरंगी सब ते रह न्यारा। अनेका रूप धारण करी बैठा है ते सब तो नवेकला भी रहिंदा है। सारियां दे विच उस दी ही जोत वरतदी है, जिन्हों गुरु साहिब कहंदे हन सब मह जोत जोत है सोए, जिन्हां दे अंदर उस अकाल पुरख की जोत वरतदी है। पर उस नूं वेखण वास्ते गुरु की नज़र चाहिदी है। सर्व थां व्यापक है पर उस नूं महसूस करना पवेगा। जे असी प्रतੱਖ तौर ते पैमाना लैंदे हाँ कि असी मन लईए जे मौजूद है तो वह वेख किवें रहा है, तो संसार ये चलाएमान है। चलाएमान अंदर जे संसार के अंदर अज असी आए हाँ, साडे आउण तो पहला भी जे कुछ है सी वो केवल तां केवल उस अकाल पुरख की जोत सी, जिन्हों गुरु साहिब जी कहते हैं अरबद नरबद धुंधू कारा धरना गगना हुक्म अपारा। ये सब कुछ वो हुक्म अंदर सन, पर वो हुक्म अंदर रहिंदियां होयां वो हुक्म की पालना भी कर रहे सन। असी अमृत वेले आसा की वार दे बचन सरवण कीते, भै विच अगन वह दरियाओ, भै विच चलै लख दरियाओ। ये सारे उस दे भै विच हन। ते हजूर ने कहा जे सारियां अंदर उस दी जोत है, उस दी जोत मानण वास्ते गुरु दर उत्ते आके जुड़ना पवेगा। ते जुड़िया होया उत्ते ही गुरु की नज़र होवेगी।
ਜੇ ਨਾਮ ਜਪਿਆ ਹੋਏਗਾ ਤੇ ਜਮਾਂ ਨਾਲ ਵਾਹ ਨਹੀਂ ਪਏਗਾ, ਕਿਉਂਕਿ ਹਜ਼ੂਰ ਦਾ ਅੰਮ੍ਰਿਤ ਬੋਲ ਹੈ। ਜਿਹੜੇ ਨਾਮ ਜਪਦੇ ਹਨ, ਗੁਰੂ ਕੇ ਸ਼ਬਦ ਦੀ ਟੇਕ ਰੱਖਦੇ ਹਨ, ਜਦੋਂ ਸ਼ਬਦ ਦਾ ਅਭਿਆਸ ਕਰਦੇ ਹਨ ਤੇ ਉਹਨਾਂ ਦੇ ਆਲੇ ਦੁਆਲੇ ਚੌਗਿਰਦੇ ਉਸ ਅਕਾਲ ਪੁਰਖ ਦੇ ਨਾਮ ਦਾ ਪਹਿਰਾ ਲੱਗ ਜਾਂਦਾ ਹੈ। ਤੇ ਜਿਸ ਵੇਲੇ ਤਾਂ ਹਜ਼ੂਰ ਜਿਸ ਵੇਲੇ ਸੱਚਖੰਡ ਪਿਆਨਾ ਕੀਤਾ ਤੇ ਉਸ ਵੇਲੇ ਜਾਣ ਲੱਗਿਆਂ ਕਹਿ ਗਏ, ਜੇ ਤੁਸੀਂ ਚਾਹੁੰਦੇ ਹੋ ਗੁਰੂ ਦੀ ਨਜ਼ਰ ਦੇ ਪਾਤਰ ਬਣਨਾ ਤੇ ਇੱਕ ਕਰਮ ਕਰਿਆ ਜੇ, ਅੰਮ੍ਰਿਤ ਵੇਲੇ ਉੱਠ ਕੇ ਜਪਜੀ ਦੀ ਬਾਣੀ ਨਾਲ ਜੁੜਿਆ ਜੇ, ਸੌਣ ਲੱਗਿਆਂ ਕੀਰਤਨ ਸੋਹਿਲੇ ਦੀ ਬਾਣੀ ਦੇ ਨਾਲ ਜੁੜਿਆ ਜੇ। ਕੀਰਤਨ ਸੋਹਿਲੇ ਦੀ ਬਾਣੀ ਤੋਂ ਬਾਅਦ ਗੁਰੂ ਕੇ ਸ਼ਬਦ ਦਾ ਪਹਿਰਾ ਹੈ ਤੇ ਅਸੀਂ ਗੁਰਬਾਣੀ ਦੇ ਹੀ ਸ਼ਬਦਾਂ ਅੰਦਰੋਂ ਇਸ ਗੱਲ ਨੂੰ ਵਾਚਨੇ ਹਾਂ, ਪੜ੍ਹਦੇ ਹਾਂ। ਹਜ਼ੂਰ ਕਹਿੰਦੇ ਹਨ, ਜਿਹਨੇ ਗੁਰੂ ਕੇ ਸ਼ਬਦ ਦੀ ਟੇਕ ਲਈ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਜਮ ਵੀ ਉਸ ਨੂੰ ਲਿਜਾਣ ਤੋਂ ਗੁਰੇਜ਼ ਕਰਦੇ ਹਨ, ਉਸ ਤੋਂ ਦੂਰ ਹੋ ਕੇ ਲੰਘਦੇ ਹਨ। ਜਮ ਲਜਾਏ ਕਰ ਰਾਖਾ, ਪ੍ਰਭ ਜੀ ਤੂੰ ਮੇਰੋ ਸੁਖ ਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਅਭਿਦਾਤਾ, ਨਾਨਕ ਪ੍ਰਭ ਅਬਿਨਾਸੀ, ਤਾਕੀ ਸੇਵ ਨਾ ਬਿਰਥੀ ਜਾਸੀ। ਤੇ ਅੱਗੇ ਹਜ਼ੂਰ ਨੇ ਸਪਸ਼ਟ ਕਰ ਦਿੱਤਾ, ਅਨੰਦ ਕਰੇ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਜਿਹੜੇ ਜਪਦੇ ਹਨ, ਸੱਚ ਇਹ ਹੈ ਉਹਨਾਂ ਦੀ ਆਸ ਵੀ ਗੁਰੂ ਆਪ ਸੰਪੂਰਨ ਕਰਦਾ ਹੈ। ਤੇ ਮਹਾਰਾਜ, ਜੇ ਤੁਸੀਂ ਜਪਨ ਦੀ ਗੱਲ ਕੀਤੀ ਹੈ, ਜਪਨ ਦੀ ਤਾਕੀਦ ਕੀਤੀ ਹੈ, ਤੇ ਸਾਨੂੰ ਦੱਸਣਾ ਕਰੋ ਅਸੀਂ ਜਪੀਏ ਕਿਵੇਂ। ਤੇ ਇਹਦੇ ਵਿੱਚ ਕੋਈ ਅਤਕਥਨੀ ਨਹੀਂ। ਹਜ਼ੂਰ ਨੇ ਜਪਜੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਅੰਦਰ ਇਸ ਗੱਲ ਨੂੰ ਸਪਸ਼ਟ ਕਰ ਦਿੱਤਾ। ਉਹਨਾਂ ਕਿਹਾ, ਜੇ ਗੁਰੂ ਦੀ ਨਜ਼ਰ ਦਾ ਪਾਤਰ ਹੋਣਾ ਹੀ, ਸਭ ਤੋਂ ਪਹਿਲਾ ਕਰਮ ਕਰ, ਇਸ ਰਸਨਾ ਦੇ ਨਾਲ, ਇਸ ਜੀਵ ਦੇ ਨਾਲ ਜਪਣਾ ਕਰ। ਤੇ ਜਦੋਂ ਜਪੇਗਾ, ਜਪੇ ਹੋਏ ਨੂੰ ਮਨ ਦੇ ਵਿੱਚ ਵਸਾਏ ਹੋਏ ਪ੍ਰਤੀ ਭੈ ਭਾਵਨੀ ਰੱਖ। ਸੱਚ ਇਹ ਹੈ, ਜਦੋਂ ਇਹ ਤਿੰਨ ਕਰਮ ਕਰ ਲਵੇਂਗਾ ਤੇ ਗੁਰੂ ਦੀ ਨਜ਼ਰ ਦਾ ਪਾਤਰ ਬਣੇਗਾ। ਕਿਉਂਕਿ ਹਜ਼ੂਰ ਨੇ ਗੁਰਬਾਣੀ ਅੰਦਰ ਕਿਹਾ, ਗਾਵੀਐ ਸੁਣੀਐ ਮਨ ਰੱਖੀਐ ਭਾਉ। ਪਹਿਲਾ ਜਿਹੜਾ ਗਾਇਆ ਹੈ ਉਸ ਨੂੰ ਸੁਣ। ਤੇ ਵੱਡੇ ਮਹਾਂਪੁਰਖ ਸੰਤ ਬਾਬਾ ਸੁੱਚਾ ਸਿੰਘ ਜੀ ਉਹ ਬਿਆਨ ਦੱਸਦੇ ਹੁੰਦੇ ਸਨ ਕਥਾ ਦੇ ਅੰਦਰ ਕਿ ਜੇ ਨਾਮ ਜਪਣਾ ਹੈ, ਨਾਮ ਜਪਣਾ ਵੀ 4 ਪ੍ਰਕਾਰ ਦਾ ਹੈ। ਮਧਮਾ, ਪਰਾ, ਬੈਸੰਤੀ, ਪੈਖਰੀ। ਇੱਕ ਹੈ ਇਸ ਜ਼ੁਬਾਨ ਦੇ ਨਾਲ ਬੋਲਣਾ, ਇੱਕ ਹੈ ਕੰਠ ਦੇ ਵਿੱਚੋਂ ਉਚਾਰਨ ਕਰਨਾ, ਇੱਕ ਦੇ ਵਿੱਚ ਹੈ ਕੇਵਲ ਔਰ ਕੇਵਲ ਜੋ ਸ਼ਬਦ ਅੰਦਰ ਚੱਲ ਰਿਹਾ ਹੈ ਉਸ ਨੂੰ ਸੁਰਤ ਕਰਕੇ ਸੁਣਨਾ। ਤੇ ਇਹਨਾਂ ਸਾਰਿਆਂ ਤੋਂ ਅਗਾਂਹ ਦੀ ਅਵਸਥਾ ਹੈ ਪਰਾ ਦੀ। ਇਹ 4 ਪ੍ਰਕਾਰ ਦਾ ਜਿਹੜਾ ਨਾਮ ਜਪਣ ਦਾ ਸਾਧਨ ਸੰਤ ਬਾਬਾ ਸੁੱਚਾ ਸਿੰਘ ਜੀ ਜ਼ਿਕਰ ਕਰਿਆ ਕਰਦੇ ਸਨ ਆਪਣੀ ਕਥਾ ਅੰਦਰ। ਤੇ ਸੱਚ ਹੈ, ਜਦੋਂ ਵੀ ਸਿੱਖ ਸ਼ੁਰੂ ਹੋਏਗਾ, ਸ਼ੁਰੂਆਤ ਜਪਣ ਤੋਂ ਹੀ ਹੋਏਗੀ। ਜਪਦਿਆਂ ਜਪਦਿਆਂ ਇੱਕ ਦਿਨ ਗੁਰੂ ਕੀ ਖੇਡ, ਗੁਰੂ ਕੀ ਨਜ਼ਰ ਵਰਤੇਗੀ। ਤੇ ਸੱਚ ਹੈ, ਜਦੋਂ ਗੁਰੂ ਕੀ ਨਜ਼ਰ ਵਰਤੇਗੀ, ਅੰਦਰ ਨਾਮ ਦੇ ਖਜ਼ਾਨਿਆਂ ਦੇ ਅਟੁੱਟ ਭੰਡਾਰੇ ਗੁਰੂ ਕਿਰਪਾ ਰਹਿਮਤ ਸਦਕਾ ਸਿੱਖ ਨੂੰ ਮਿਲ ਪੈਣਗੇ। ਅੱਜ ਦੇ ਇਹਨਾਂ ਅੰਮ੍ਰਿਤ ਬਚਨਾਂ ਦੇ ਅੰਦਰ ਹਜ਼ੂਰ ਧੰਨ ਗੁਰੂ ਅਰਜਨ ਦੇਵ ਦਤਾਰ ਪਿਤਾ ਜੀ ਨੇ ਰਹਿਮਤ ਕੀਤੀ, ਇਹੀ ਸਮਝਾਉਣਾ ਕੀਤਾ, ਭਾਈ ਜੇ ਤੂੰ ਸੰਸਾਰ ਅੰਦਰ ਆਇਆ ਹੈ ਤੇ ਉਸ ਇੱਕ ਦੇ ਨਾਮ ਨਾਲ ਜਿਹਦਾ ਪਸਾਰਾ ਇਸ ਪੂਰੀ ਕਾਇਨਾਤ ਅੰਦਰ ਚੱਲ ਰਿਹਾ ਹੈ, ਉਸ ਦੇ ਨਾਲ ਜੁੜ ਜਾ। ਤੇ ਜੁੜਿਆ ਹੋਇਆਂ ਦੇ ਅੰਦਰੋਂ ਸਾਰੇ ਜਿਹੜੇ ਦੁੱਖ ਕਲੇਸ਼, ਜਿਹੜੇ ਵਹਿਮ ਹਨ, ਭਰਮ ਹਨ, ਉਹ ਦੂਰ ਹੋ ਜਾਂਦੇ ਹਨ। ਕਿਉਂਕਿ ਜਦੋਂ ਸਿੱਖ ਉੱਤੇ ਬਿਪਤਾ ਆਣ ਬਣੇ ਤੇ ਜੇ ਕਿਤੇ ਉਸ ਦੇ ਕੋਲ ਬਾਹਰੀ ਤੌਰ ਤੇ ਧਨ ਪਦਾਰਥ ਵੀ ਖਤਮ ਹੋ ਜਾਵੇ, ਸਿੱਖ ਉਦੋਂ ਵੀ ਗੁਰੂ ਦੀ ਟੇਕ ਲਵੇ। ਸੱਚ ਇਹ ਹੈ, ਉਸ ਵੇਲੇ ਵੀ ਜੇ ਗੁਰੂ ਦਰ ਉੱਤੇ ਆਉਂਦਾ ਹੈ, ਕਿਉਂਕਿ ਗੁਰੂ ਦਰ ਉੱਤੇ ਸਿੱਖ ਆਉਂਦਾ ਹੀ ਉਦੋਂ ਹੈ ਜਦੋਂ ਉਸ ਦੀ ਹਰ ਪਾਸਿਓਂ ਭਾਵਨਾਵਾਂ, ਹਰ ਪਾਸਿਓਂ ਉਸ ਦੀਆਂ ਉਮੀਦਾਂ ਖਤਮ ਹੋ ਜਾਂਦੀਆਂ ਹਨ ਕਿ ਹੁਣ ਜੇ ਕੋਈ ਮੇਰਾ ਸਹਾਰਾ ਹੈ ਕੇਵਲ ਤਾਂ ਕੇਵਲ ਅੱਜ ਜੇ ਅਸੀਂ ਵੇਖਦੇ ਹਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਨ। ਜੇ ਕੋਈ ਮੇਰਾ ਸਹਾਰਾ ਹੈ ਦਤਾਰ ਪਿਤਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹਨ। ਸਿੱਖ ਜਦੋਂ ਗੁਰੂ ਦੀ ਟੇਕ ਲੈਂਦਾ ਹੈ ਤਾਂ ਹੀ ਤਾਂ ਹਜ਼ੂਰ ਨੇ ਗੁਰਬਾਣੀ ਅੰਦਰ ਕਿਹਾ, ਜਾਕੋ ਮੁਸ਼ਕਲ ਅਤ ਬਣੈ। ਅਤ ਦਾ ਅਰਥ ਹੈ ਸਿਰਾ ਹੋ ਜਾਣਾ, ਇਸ ਤੋਂ ਗਾਂ ਬਿਆਨ ਨਹੀਂ ਹੋ ਸਕਦਾ। ਜਾਕੋ ਮੁਸ਼ਕਲ ਅਤ ਬਣੈ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਨਾ, ਸਾਕ ਪੇ ਭੱਜ ਖਲੇ, ਸਭੋ ਭੱਜੈ ਆਸਰਾ, ਚੁੱਕੈ ਸਭ ਅਸਰਾਓ,
चित आवे उस पार ब्रह्म लगे ना तत्ती वाओ। जिन्हों उस वेले भी अकाल पुरख की याद आ जाए, हजूर कहते मैं तेनों तत्ती वाह नहीं लगन देंगा। तो हजूर का असी अमृत बचन पढ़ते हाँ, जल थल महियल पूरन हर मीत, भ्रम बिन से गाए गुण नीत। जिन्हें नीयत रास करके, जिन्हें एक मन एक चित एकाग्र होके उस अकाल पुरख का सिमरन कर लिया, सच ये है जेड़े उस दे अंदर उठन वाले वलवले हैं, फुरने हैं, गुरु आप कृपा करता है, रहमत करता है तो खत्म कर देंदा है। तो उस सिख उत्ते इन्नी को नदर हो जाती है, इस गल का उस दे अंदर टिका बन जाता है कि जो कुछ भी अज खेड़ वरत रही है वो केवल तो केवल अकाल पुरख दी है। तो उस दी खेड़ वरतदियां अंदर ही दुख आउंदा है, उस दी खेड़ दे अंदर वरतियां ही सुख आउंदा है। तो जेड़ा उस दे भाणे अंदर रह के चलना सिख लवे, तो हजूर कहते हैं सच ये है जेड़ा मेरे भाणे अंदर आवेगा वही मेरा असली मित्र है, वही मेरा रिश्तेदार है, वही मेरा भैन है, वही मेरा भरा है। तो जेड़ा हुक्म तो बागी होया वो सदा खुआरी ही खांदा है, सदा उसनू दुख ही लगता है। तो हजूर ने गुरबाणी अंदर क्या, सो सिख सखा बंदप है भाई, जे गुर के भाणे विच आवे, अपने भाणे जो चलै भाई, विछड़ चोटां खावै, बिन सतगुर सुख कदे ना पावे भाई, फिर पछोतावै। परमात्मा के नाम तो बिना अंदर सच जानिया जे दुख दे झोरा ही है। जे अंदर टिका आ गया वो केवल तो केवल गुरु की नज़र दे नाल आउणा है। जदों असी सेवा और सिमरन दे विच जुड़ांगे तो गुरु आप रहमत करके सिख दे अंदर नाम की बख्शिश कर दिंदा है। तो हजूर ने अगे की अमृत बोल कीता, उठत सोवत हर संग पहरुआ, जाकै सिमरन जम नहीं डरुआ। रखाओ, ये रखाओ वाले पद अर्थ दे अंदर हजूर ने यह रहमत की, जिन्हों ने उस अकाल पुरख का सिमरन एक मन एक चित एकाग्र हो के कर लिया। धन श्री गुरु ग्रंथ साहिब महाराज जी की अमृत बाणी कहती है कि जिन्हों ने एक मन एक चित हो के एकाग्र हो के परमात्मा का सिमरन किया है, तो उन्होंने नाम जपन की जुगत गुरु ने दस दी। फिर भावें वो किते काम कार भी कर रहे हैं, फिर वो किसी दे नाल हासा मखौल कर रहे हैं, वार्ता कर रहे हैं, फिर सच जानिया जे उन्हां दे अंदर उस अकाल पुरख की खेड़ वरतदी है। तो हजूर उन्हां सिखां परताए कहते हैं, नानक सतगुर भेटिया पूरी होवै जुगत, हसंदियां खिलंदियां पैनंदियां खावंदियां विचै होवै मुक्त। इन्हां दे विच ही रहिंदियां होयां सिख मुक्त हो जाता है। जिवें एक असी उदाहरण पढ़ते हैं गुरबाणी के अंदरों ही कि जिवें कमल का फुल है वो रहिंदा चिक्कड़ विच है, पर चिक्कड़ दे विच होण दे बावजूद भी वो चिक्कड़ दे विच अपना आपा नहीं गवाउंदा, वो चिक्कड़ तो निर्लेप रहिंदा है। इस तरह जिन्हों गुरु के शब्द के नाल जुड़ के साईं दे दर्शनां दी खिच पई ते गुरु की नज़र वरती, वो रहिंदा भावें संसार विच है, वकारां दे अंदर उसका घेरा रहिंदा है, पर वो वकारां विच खचत नहीं हुंदा। अपना आपा उसने गुरु नूं समर्पण किया है। तो गुरबाणी अंदर पढ़ते हाँ, जैसे जल मह कमल निरालम, मुरगाई ने साणे, शब्द सुरत भव सागर तरिए, गुर नानक नाम वखाणे। तो इत्थे हजूर कहते हैं, उठत सोवत हर संग पहरुआ, जिन्हां उठदियां ते बहिंदियां हर एक वक्त उस परमात्मा के शब्द की टेक लई। सच ये है उस दे अंदरों जमा का भय खत्म हो गया। तो हजूर सहस्कृति की अमृत बाणी के अंदर ये बचन करते हैं, जिन्हां ने गुरु की नज़र के पात्र होया तो गुरु ने रहमत वरता के उन्हां दे शीश उत्ते अपना हाथ रख दिता। हाथ रखने तो बाद जिहड़ी कला वरती, उन्हां दे अंदर दे सारे जिहड़े दुख तकलीफ झोरे गुरु ने आप खत्म कर दिते। तो गुरबाणी का वो अमृत बोल, सिर मस्तक रखिया पार ब्रह्मं, हस्त काया रखिया परमेश्वर है, आत्म रखिया गोपाल स्वामी, धन चरण रखिया जगदीश्वर है, सर्व रखिया गुर दयाल है, भै दुख विनाशने, भगत वछल अनाथ नाथ है, सरन नानक पुरख अचुत है। जिन्हां गुरु के शब्द की टेक लई
पहारुआ तो अर्थ है एक खेड़ वरत जानी, एक कार बन जानी, जिहदे अंदर केवल तां केवल सिख नूं ये समझ लगदी है कि संसार अंदर उस दा पसारा है, तो ये जो दुख सुख आ रहा है उस दी नज़र अंदर आ रहा है, तो समुची कायनात सच ये है एक ओंकार दे अंदर इस अकाल पुरख की खेड़ वरत रही है। समझदा कोई विरला है जिहदे उत्ते गुरु की नज़र होवे। हजूर कहंदे जिहड़ा अठे पैर गुरु के सिमरन अंदर जुड़िया, सच ये है सिमरन कर करके उस दे अंदरों जमा दा भै खत्म हो गया। ताई तां हजूर धन गुरु अर्जन साहब महाराज सच्चे पातशाह कहंदे हन, जिन्हां ने उस अकाल पुरख का नाम जप लिया है उन्हां दे आले दुआले चौगिरदे गुरु के शब्द का पहरा लग गया। ते शब्द का पहरा अजिहा लग्या, फिर सच ये है जिहड़ा असी अज आम तौर पर वेखते हाँ जां सुनते हाँ कि फलाने दे अंदर कोई रूह काम कर रही है जां कोई ओपरी हवा आ गई। जदों गुरु के शब्द की सिख टेक लवे उदों गुरु का शब्द अपनी कला वरताउंदा है, क्योंकि शब्द की अपनी एक तासीर है, शब्द का अपना एक अनुभव है, शब्द का अपना एक स्वाद है। असी अज तां भावें सोशल मीडिया का युग करके ये गल करते हाँ कि अज जे असी अपने धियां पुत्रां दे नाल गल करनी होवे ते अज वीडियो कॉल भी है, साइंस ने बड़ी तरक्की की। अज दूर दराडियां तो बैठिया वीडियो कॉल राहीं असी गल्लां कर लैने हाँ, पर पुराने समय ये गल्लां नहीं सन हुंदियां। उस वेले डाकिया खत लैके आउंदा सी, जे किसी दे कोल खत जाना है तो किते महीने बद्धी खत पहुँचदा सी। खत पढ़दियां जे परिवार तो बच्चा दूर है उसका नाम खत दे उत्ते लिखिया हुंदा सी। जे पिता उस खत नूं पढ़े, पढ़दियां पहला शब्द उहदे पुत्र का नाम होवे, फिर भावें जो पुत्र दे अंदर दी भावना है, अंदर दे वलवले हन, वो सारा खत पढ़िया जाएगा। जिहड़ी सुरत है वो उसके बच्चे दे विच होएगी, क्योंकि शब्द ने अपना सुभाव अपनी तासीर छड़ दी। नाम पुत्र का पढ़िया, सारा खत पढ़दियां सुरत पुत्र विच रही, किते अगां पिछां नहीं होई। ते जदों सिख गुरु के शब्द का आसरा लैंदा है, सच ये है ये बाणी वो है जिहड़ी धुर दरगाह तो आई है, जिन्हों जपिया अंदर दे झौरे दुख तकलीफां खत्म हो जांदियां हन, जिन्हों असीं कहने धुर की बाणी आई, तिन सगली चिंत मिटाई। ये धुर की बाणी है, इनू पढ़िया अंदर दे झौरे खत्म होंदे हन। जदों सिख शब्द दे नाल जुड़ेगा, सुरत करके ये भी बाणी निरंकार दे कोलों आई है, तो सुरत करके सिख नूं भी निरंकार दे कोल लै जावेगी। ये बाणी का अपना सुभाव है। तो हजूर कहते जिन्हें सिमरन किया है उन्हें सिमरन कर करके अपना अंदर गुरु नूं समर्पण करके इन्नी कु गुरु के नज़र के पात्र बन गए। जिस वेले शरीर छड्ड के जाते हैं जम उस दे नेड़े नहीं ढुकदा। तो हजूर ने अगे बचन किया, चरण कमल प्रभ हृदय निवास, सगल दुख का होया नास। जिन्हें गुरु के शब्द नूं चरण कमल जान करके, क्योंकि धन श्री गुरु ग्रंथ साहब महाराज जी की अमृत बाणी इस गल का हुक्म करती है, ताकीद करती है कि जदों गुरु सिख उत्ते नज़र करता है, वो सीस उत्ते हथ रख के भी नज़र करता है। तो जदों गुरु सिख उत्ते नज़र करे तो चरण कमलों की टेक दे करके भी नज़र करता है। तो इन्हां परताए हजूर धन गुरु रामदास सच्चे पातशाह कहते हैं, ये नज़र लैण वास्ते तेनू इको एक कर्म करना पएगा, अमृत वेले उठ के उस साईं की याद में जुड़ना पवेगा, क्योंकि तू अपने आप नू गुरु का सिख खवाउना है। तो जिदी संगत करिए उहदे गुण अंदरों आप मुहारे झलक पैंदे हन। जे असी कहने असी गुरु के सिख हाँ, तो गुरु के सिख परथाए हजूर ने गुरबाणी अंदर गुरसिख की डेफिनेशन देंदियां होया इस गल नूं समझाया है, भाई जे तू अपने आप नूं गुरु का सिख खवाउना है, एक कर्म कर, गुर सतगुर का जो सिख अखाए, सो भलके उठ हर नाम ध्यावै, उद्यम करे भलके प्रभाती, स्नान करे अमृत सरनावै, उपदेश गुरु हर हर जप जापै, सब किलविख पाप दोख लै जावै। जिन्हों हजूर गुरबाणी अंदर कह रहे हैं, चरण कमल प्रभ हृदय निवास, सगल दुख का होया नास, सगल दोख पाप लै जावै, जिसनों दयाल होवै मेरा स्वामी, तिस गुरसिख गुर उपदेश सुनावै,
ਤੇ ਅੱਗੇ ਹਜ਼ੂਰ ਕਹਿੰਦੇ ਜਿਹੜਾ ਇਹ ਕਰਮ ਕਮਾ ਰਿਹਾ ਹੈ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸੇਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਅੱਗੇ ਹਜ਼ੂਰ ਬਚਨ ਕਰਦੇ ਹਨ, ਆਸਾ ਮਾਨ ਤਾਣ ਧਨ ਏਕ, ਸਾਚੇ ਸਾਹ ਕੀ ਮਨ ਮਹਿ ਟੇਕ। ਜਿਨ੍ਹਾਂ ਨੇ ਉਸ ਅਕਾਲ ਪੁਰਖ ਦੇ ਸ਼ਬਦ ਉੱਤੇ ਟੇਕ ਰੱਖ ਲਈ ਤੇ ਸ਼ਬਦ ਉੱਤੇ ਟੇਕ ਰੱਖਿਆ, ਉਹਨਾਂ ਆਪਣਾ ਸਭ ਕੁਝ ਗੁਰੂ ਨੂੰ ਸਮਰਪਣ ਕਰ ਦਿੱਤਾ। ਤੇ ਜਦੋਂ ਗੁਰੂ ਕਸਵੱਟੀ ਲੈਂਦਾ ਹੈ ਉਦੋਂ ਸਭ ਕੁਝ ਕੋਲ ਹੋਵੇ, ਕਿਉਂਕਿ ਅਸੀਂ ਇਤਿਹਾਸ ਦੇ ਵਿੱਚੋਂ ਉਹਨਾਂ ਗੁਰਸਿੱਖਾਂ ਦੇ ਜੀਵਨ ਪੜ੍ਹਦੇ ਹਾਂ ਜਿਹੜੇ ਗੁਰੂ ਦਰ ਉੱਤੇ ਆਏ। ਆਉਣ ਤੋਂ ਪਹਿਲਾਂ ਉਹਨਾਂ ਦੇ ਕੋਲ ਬਹੁਤ ਕੁਝ ਸੀ, ਧਨ ਪਦਾਰਥ ਕਿਸੇ ਪ੍ਰਕਾਰ ਦੀ ਕਮੀ ਨਹੀਂ ਸੀ, ਪਰ ਜਦੋਂ ਗੁਰੂ ਕਸਵੱਟੀ ਲੈਣ ਤੇ ਆਇਆ, ਇੱਕ ਤਰਫਾ ਕਰਕੇ ਗੁਰੂ ਨੇ ਸਭ ਕੁਝ ਆਪਣੀ ਖੇਡ ਵਰਤਾ ਕੇ ਉਹਦੇ ਕੋਲੋਂ ਖੋਹ ਲਿਆ। ਤੇ ਜਦੋਂ ਪਰਚਾ ਪਾਇਆ, ਪਰਚੇ ਦੇ ਵਿੱਚੋਂ ਸਿੱਖ ਪਾਸ ਹੋਇਆ ਤੇ ਸੱਚ ਇਹ ਹੈ ਉਹ ਗੁਰੂ ਕੀ ਨਦਰ ਦਾ ਪਾਤਰ ਹੋਇਆ ਹੈ। ਤੇ ਹਜ਼ੂਰ ਤਾਂ ਅਸੀਂ ਇਤਿਹਾਸ ਦੇ ਵਿੱਚ ਅੱਜ ਜਿਹੜਾ ਸ਼ਬਦ ਆਇਆ ਹੈ, ਉਠਤ ਸੋਵਤ ਹਰ ਸੰਗ ਪਰ ਹੁਆ, ਜਾ ਕੇ ਸਿਮਰਨ ਜਮ ਨਹੀਂ ਡਰੂਆ। ਜਿਨ੍ਹਾਂ ਉੱਠਦਿਆਂ ਤੇ ਬਹਿੰਦਿਆਂ ਉਸ ਪਰਿਪੂਰਨ ਅਕਾਲ ਪੁਰਖ ਦਾ ਸਿਮਰਨ ਕੀਤਾ। ਇਤਿਹਾਸ ਦੇ ਵਿੱਚੋਂ ਜੇ ਅਸੀਂ ਪੜ੍ਹੀਏ ਕਿ ਭਾਈ ਭਿਖਾਰੀ ਜੀ ਦਾ ਜੀਵਨ ਉਸ ਗੁਰੂ ਕੇ ਗੁੱਝੇ ਭੇਦ ਨੂੰ ਸਮਝਣ ਵਾਲਾ ਨਹੀਂ ਸੀ। ਇੱਕ ਸਿੱਖ ਨੇ ਆ ਕੇ ਹਜ਼ੂਰ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੀ, ਮਹਾਰਾਜ ਕਿ ਜੇ ਗੁਰਬਾਣੀ ਦੇ ਅੰਦਰ ਅੱਜ ਮੈਂ ਪੜ੍ਹਿਆ ਹੈ ਕਿ ਜੇ ਦੁੱਖ ਦੇ ਤਾਂ ਤੁਝੇ ਅਰਾਧੀ, ਸੁਖ ਵੀ ਤੁਝੇ ਧਿਆਈ। ਮਹਾਰਾਜ ਇਹਨਾਂ ਬਚਨਾਂ ਦੀ ਕੋਈ ਪਾਲਣ ਕਰਨ ਵਾਲਾ ਵੀ ਸਿੱਖ ਹੈ? ਤੇ ਹਜ਼ੂਰ ਨੇ ਕਿਹਾ ਸੀ, ਭਾਈ ਭਿਖਾਰੀ ਜੀ ਨੂੰ ਜਾ ਕੇ ਮਿਲੋ। ਇਹ ਸਿੱਖ ਗੁਜਰਾਤ ਦਾ ਸੀ ਤੇ ਜਦੋਂ ਜਾਂਦਾ ਹੈ ਦਾਸ ਸਿਰਫ ਟੂਕ ਮਾਤਰ ਸੰਖੇਪ ਬੇਨਤੀ ਕਰੇਗਾ, ਇਸ ਦੇ ਘਰ ਵਿਆਹ ਰਚਿਆ ਹੋਇਆ ਹੈ, ਇਸ ਦੇ ਪੁੱਤਰ ਦਾ ਵਿਆਹ ਹੈ ਤੇ ਇਹ ਤਰੱਪੜ ਸਿਉਂ ਰਿਹਾ ਹੈ। ਤੇ ਜਦੋਂ ਉਸ ਨੇ ਕਿਹਾ ਮੈਨੂੰ ਹਜ਼ੂਰ ਨੇ ਭੇਜਿਆ ਹੈ, ਤੇ ਇੱਕੋ ਦਮ ਉੱਠ ਕੇ ਉਸ ਦੀ ਆਓ ਭਗਤ ਕੀਤੀ ਤੇ ਕਿਹਾ ਮੇਰੇ ਪੁੱਤਰ ਦਾ ਵਿਆਹ ਵੇਖ ਕੇ ਜਾਇਆ ਜੇ। ਪਰ ਉਹ ਹੈਰਾਨ ਸੀ, ਘਰ ਦੇ ਵਿੱਚ ਵਿਆਹ ਹੈ ਤੇ ਇਹ ਤਰੱਪੜ ਸਿਉਂ ਰਿਹਾ ਹੈ, ਕਾਰਨ ਕੀ? ਤੇ ਉਹ ਭਾਈ ਭਿਖਾਰੀ ਇੱਕੋ ਦਮ ਮੁਸਕਰਾ ਪਏ, ਹੱਸ ਪਏ। ਜਿਸ ਵੇਲੇ ਵਿਆਹ ਹੋਣ ਤੋਂ ਬਾਅਦ ਡੋਲਾ ਘਰ ਆਇਆ ਹੈ, ਆਉਣ ਤੋਂ ਕੁਝ ਕੁ ਸਮੇਂ ਬਾਅਦ ਪੁੱਤਰ ਚਲਾਣਾ ਕਰ ਜਾਂਦਾ ਹੈ ਤੇ ਚਿਹਰੇ ਉੱਤੇ ਉਹੀ ਰੌਣਕ, ਉਹੀ ਟਿਕਾ ਹੈ ਜਿਹੜਾ ਵਿਆਹ ਵੇਲੇ ਸੀ। ਨਾ ਤਾਂ ਉਸ ਵੇਲੇ ਕੋਈ ਬਹੁਤੀ ਖੁਸ਼ੀ ਸੀ ਤੇ ਜਿਸ ਵੇਲੇ ਪੁੱਤਰ ਸਾਹਮਣੇ ਚੜ੍ਹਾਈ ਕਰਦਾ ਹੈ, ਨਾ ਉਸ ਵੇਲੇ ਦੁੱਖ ਹੈ। ਉਸ ਵੇਲੇ ਵੀ ਕਹਿੰਦਾ ਹੈ ਭਾਈ ਆਓ ਗੁਰੂ ਕੀ ਬਾਣੀ ਦੇ ਨਾਲ ਜੁੜੀਏ। ਤੇ ਸਿੱਖ ਉਹ ਭਾਈ ਭਿਖਾਰੀ ਦੇ ਚਰਨੀ ਪੈ ਗਿਆ। ਤੇ ਜਿਹੜੇ ਸਿੱਖਾਂ ਨੇ ਗੁਰੂ ਕੇ ਗੁੱਝੇ ਰਮਜ ਨੂੰ ਸਮਝ ਲਿਆ, ਸੱਚ ਇਹ ਹੈ ਉਹਨਾਂ ਦੇ ਉੱਤੇ ਗੁਰੂ ਨੇ ਨਦਰ ਕਰਕੇ ਉਹਨਾਂ ਦਾ ਜਿਹੜਾ ਆਵਾਗਮਨ ਦਾ ਗੇੜ ਸੀ ਉਸ ਨੂੰ ਮੁਕੰਮਲ ਤੌਰ ਤੇ ਖਤਮ ਕਰ ਦਿੱਤਾ ਤੇ ਆਪਣੇ ਚਰਨਾਂ ਵਿੱਚ ਅਭੇਦ ਕਰਕੇ ਗੁਰੂ ਕੀ ਸ਼ਬਦ ਦੀ ਕਲਾ ਜਿਹੜੀ ਹੈ ਉਹਨਾਂ ਸਿੱਖਾਂ ਉੱਤੇ ਵਰਤਾ ਦਿੱਤੀ। ਤੇ ਜਿਨ੍ਹਾਂ ਨੇ ਅਜਿਹੇ ਨਾਮ ਦੀ ਟੇਕ ਰੱਖੀ, ਮਹਾ ਗਰੀਬ ਜਨ ਸਾਧ ਅਨਾਥ, ਨਾਨਕ ਪ੍ਰਭ ਰਾਖੇ ਦੇ ਹਾਥ। ਉਹ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜਿਨ੍ਹਾਂ ਨੇ ਵੀ, ਭਾਵੇਂ ਉਹ ਕੋਈ ਗਰੀਬ ਸਿੱਖ ਹੈ, ਭਾਵੇਂ ਉਸ ਦੇ ਕੋਲ ਬਾਹਰੀ ਤੌਰ ਤੇ ਧਨ ਪਦਾਰਥ ਹੈ, ਇੱਥੇ ਕਿਸੇ ਅਮੀਰ ਗਰੀਬ ਦੀ ਗੱਲ ਨਹੀਂ, ਕਿਉਂਕਿ ਗੁਰੂ ਜਦੋਂ ਰਹਿਮਤ ਕਰਦਾ ਹੈ ਸਮ ਦ੍ਰਿਸ਼ਟੀ ਹੋ ਕਰਕੇ ਕਰਦਾ ਹੈ, ਸਾਰਿਆਂ ਨੂੰ ਇੱਕੋ ਨਜ਼ਰ ਨਾਲ ਵੇਖਦਾ ਹੈ। ਜੇ ਕੋਈ ਇੱਥੇ ਆ ਕੇ ਕਵੇ ਕਿ ਮੈਂ ਮਾਇਆ ਕਰਕੇ ਬਹੁਤ ਸੇਵਾ ਕੀਤੀ ਹੈ, ਮੇਰਾ ਇੱਥੇ ਸਟੇਜ ਤੋਂ ਅਨਾਉਂਸ ਕਰੋ, ਕਿਉਂਕਿ ਬੰਦੇ ਦੇ ਅੰਦਰ ਇੱਕ ਹੰਕਾਰ ਵੀ ਹੈ। ਪਰ ਜੇ ਕੋਈ ਆ ਕੇ ਆਖੇ ਮੈਂ ਘੱਟ ਮਾਇਆ ਦੀ ਸੇਵਾ ਕੀਤੀ ਹੈ, ਤੇ ਨਜ਼ਰ ਸੱਚ ਜਾਣਿਆ ਜੇ ਗੁਰੂ ਦੀ ਉਹਦੇ ਤੇ ਵੀ ਓਨੀ ਹੈ ਜਿੰਨੀ ਬਹੁਤੀ ਮਾਇਆ ਦੇਣ ਵਾਲੇ ਦੀ ਹੈ। ਇੱਥੇ ਨਾ ਕੋਈ ਕਰੋੜਾ ਦੇਣ ਵਾਲਾ ਬਹੁਤਾ ਖਾਸ ਹੈ ਤੇ ਨਾ ਕੋਈ ਹਜ਼ਾਰਾਂ ਦੇਣ ਵਾਲਾ ਖਾਸ ਹੈ। ਇੱਥੇ ਖਾਸ ਉਹਨੇ ਬੰਨਾ ਹੈ ਜਿਨੇ ਆ ਕੇ ਗੁਰੂ ਦੇ ਸ਼ਬਦ ਉੱਤੇ ਪਹਿਰਾ ਦੇ ਕੇ, ਗੁਰੂ ਦਾ ਸ਼ਬਦ ਜਪ ਕੇ, ਆਪਣੇ ਹਿਰਦੇ ਦੇ ਅੰਦਰ ਉਸ ਅਕਾਲ ਪੁਰਖ ਦੇ ਚਰਨ ਟਿਕਾ ਕੇ, ਸੁਰਤ ਕਰਕੇ, ਮਨ ਕਰਕੇ ਜੁੜ ਕੇ ਗੁਰੂ ਕੇ ਸ਼ਬਦ ਨੂੰ ਧਿਆਉਣਾ ਹੈ ਤੇ ਧਿਆਏ ਹੋਇਆ ਹੀ ਗੁਰੂ ਕੀ ਨਜ਼ਰ ਦਾ ਪਾਤਰ ਬਣੇਗਾ। ਪਰ ਇੱਕ ਸਮੱਸਿਆ ਆ ਜਾਂਦੀ ਹੈ, ਜਦੋਂ ਵੀ ਸਿੱਖ ਗੁਰੂ ਦੇ ਨਾਲ ਜੁੜਨਾ ਕਰਦਾ ਹੈ, ਇਹ ਮਨ ਜੁੜਨ ਨਹੀਂ ਦਿੰਦਾ, ਕਿਉਂਕਿ ਮਨ ਦਾ ਸੁਭਾਅ ਹੈ ਤੇ ਮਨ ਦੇ ਨਾਲ ਹੀ ਕਈ ਵਾਰੀ ਸਿੱਖ ਨੂੰ ਝਗੜਾ ਕਰਨਾ ਪੈਂਦਾ ਹੈ। ਪਰ ਜੇ ਕਿਤੇ ਮਨ ਗੁਰੂ ਕਿਰਪਾ, ਗੁਰੂ ਨਜ਼ਰ ਸਦਕਾ ਟਿਕਾ ਵਿੱਚ ਆ ਜਾਵੇ ਤੇ ਹਜ਼ੂਰ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਇੱਕ ਚਿੱਤ ਜਿਹੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਵਿੱਚ ਨਾ ਆਇਓ। ਤੇ ਹਜ਼ੂਰ ਨੇ ਗੁਰਬਾਣੀ ਅੰਦਰ ਕਿਹਾ, ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ, ਮਨ ਹੀ ਮਨ ਮਿਆਨੋ, ਮਨ ਜੋ ਇੱਛੈ ਸੋ ਲਹੈ,
ਸੱਚਾ ਸ਼ਬਦ ਸਮਾਏ। ਇਹ ਮਨ ਦਾ ਸੁਭਾਅ ਹੈ। ਮਨ ਜੋ ਇੱਛਦਾ ਹੈ ਉਹੀ ਗੁਰੂ ਦਰ ਉੱਤੋਂ ਲੈਂਦਾ ਹੈ। ਤੇ ਹਜ਼ੂਰ ਕਹਿੰਦੇ ਹਨ, ਜਿਨ੍ਹਾਂ ਆ ਕੇ ਗੁਰੂ ਕੇ ਨਾਮ ਨੂੰ ਤੱਕਿਆ ਹੈ, ਗੁਰੂ ਕੀ ਟੇਕ ਨੂੰ ਤੱਕਿਆ, ਉਹਨਾਂ ਦੇ ਉੱਤੇ ਗੁਰੂ ਕੇ ਸ਼ਬਦ ਦੀ ਕਲਾ ਵਰਤ ਗਈ। ਉਹਨਾਂ ਨੂੰ ਜਮਾ ਦਾ ਭੈ ਨਹੀਂ ਰਿਹਾ। ਤੇ ਜਮਾ ਦਾ ਭੈ ਉਹਨਾਂ ਨੂੰ ਨਹੀਂ ਹੁੰਦਾ ਜਿਹੜੇ ਆ ਕੇ ਗੁਰੂ ਕੇ ਸ਼ਬਦ ਨੂੰ ਕਮਾਉਂਦੇ ਹਨ, ਜਿਹੜੇ ਆ ਕੇ ਗੁਰੂ ਕੇ ਸ਼ਬਦ ਦੇ ਉੱਤੇ ਪਹਿਰਾ ਦੇ ਕੇ ਆਪਣਾ ਜੀਵਨ ਬਸਰ ਵੀ ਗੁਰੂ ਕੇ ਦੱਸੇ ਦਰਸਾਏ ਹੋਏ ਮਾਰਗ ਉੱਤੇ ਕਰਦੇ ਹਨ। ਤੇ ਹਜ਼ੂਰ ਕਹਿੰਦੇ, ਅਜਿਹੇ ਗੁਰਸਿੱਖਾਂ ਦੀ ਧੂੜ ਮੈਂ ਆਪਣੇ ਮਸਤਕ ਉੱਤੇ ਲਾਉਣਾ ਹਾਂ। ਅੱਜ ਦੇ ਇਹਨਾਂ ਅੰਮ੍ਰਿਤ ਬਚਨਾਂ ਦੇ ਅੰਦਰ ਹਜ਼ੂਰ ਨੇ ਇਹੀ ਰਹਿਮਤ ਕੀਤੀ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਨ੍ਹਾਂ ਉੱਠਦਿਆਂ ਤੇ ਬਹਿੰਦਿਆਂ ਪਰਮਾਤਮਾ ਦਾ ਨਾਮ ਧਿਆਇਆ ਹੈ, ਸੱਚ ਇਹ ਹੈ ਉਹ ਜਮਾ ਤੋਂ ਮੁਕਤ ਹੋ ਗਏ, ਉਹਨਾਂ ਦਾ ਭੈ ਖਤਮ ਹੋ ਗਿਆ। ਤੇ ਗੁਰਬਾਣੀ ਨੇ ਥਾਂ ਪੁਰ ਥਾਂ ਇਸ ਗੱਲ ਦੀ ਤਾਕੀਦ ਕੀਤੀ ਹੈ, ਕਿਉਂਕਿ ਮਨੁੱਖ ਦਾ ਸੁਭਾਅ ਹੈ ਪਰਮਾਤਮਾ ਦੇ ਨਾਮ ਤੋਂ ਟੁੱਟਿਆ ਹੋਇਆ ਇਹ ਰਸਾਂ ਕਸਾਂ ਪਦਾਰਥਾਂ ਵੱਲ ਭੱਜਦਾ ਹੈ। ਜੇ ਇਹਦੇ ਕੋਲ 4 ਪੈਸੇ ਵੱਧ ਆ ਗਏ, ਜੇ ਗੁਰੂ ਕੀ ਸੰਗਤ ਨਹੀਂ ਕੀਤੀ, ਕਿਸੇ ਜੁੜੇ ਹੋਏ ਸੰਤ ਮਹਾਂਪੁਰਖ ਭਗਤ ਜਨ ਦੀ ਸੰਗਤ ਨਹੀਂ ਕੀਤੀ, ਤੇ ਜੀਵਨ ਦਾ ਅਸਲ ਮਨੋਰਥ ਸਮਝ ਨਹੀਂ ਆ ਸਕਦਾ। ਫਿਰ ਇਹਨੂੰ ਜੇ ਨੀਂਦ ਆਈ ਹੈ ਤੇ ਇਹ ਸੌਣ ਵਾਲੇ ਪਾਸੇ ਜਾਵੇਗਾ, ਜੇ ਇਸ ਨੂੰ ਪਿਆਸ ਹੈ ਤੇ ਇਹ ਪਾਣੀ ਪੀਣ ਵਾਲੇ ਪਾਸੇ ਜਾਵੇਗਾ, ਤੇ ਜੇ ਇਸ ਦੇ ਕੋਲ ਧਨ ਪਦਾਰਥ ਬਹੁਤ ਹੈ ਤੇ ਸੱਚ ਇਹ ਹੈ ਇਹ 4 ਜੀਆਂ ਦੇ ਵਿੱਚ ਖਲੋ ਕੇ ਕਿਸੇ ਦਾ ਮਜ਼ਾਕ ਉਡਾਉਣੋਂ ਵੀ ਗੁਰੇਜ਼ ਨਹੀਂ ਕਰਦਾ। ਇਹ ਮਨੁੱਖ ਦੇ ਸੁਭਾਅ ਦੀ ਗੱਲ ਹੈ। ਪਰ ਹਜ਼ੂਰ ਨੇ ਕਿਹਾ, ਤੂੰ ਆਇਆ ਹੈ, ਤੇਰਾ ਸਫਲਾ ਤਾਂ ਹੋਣਾ ਹੈ ਜੇ ਨਾਮ ਜਪੇਗਾ। ਤਾਂ ਹੀ ਤਾਂ ਗੁਰਬਾਣੀ ਅੰਦਰ ਹਜ਼ੂਰ ਨੇ ਰਹਿਮਤ ਕੀਤੀ, ਜਿਨ੍ਹਾਂ ਨਾਮ ਨਹੀਂ ਨਾ ਜਪਿਆ ਉਹਨਾਂ ਦੇ ਅੰਦਰੋਂ ਇਹ ਚੀਜ਼ ਖਤਮ ਹੋ ਗਈ। ਉਹ ਸਮਝ ਰਹੇ ਹਨ ਅਸੀਂ ਸਦਾ ਹੀ ਇੱਥੇ ਰਹਿਣਾ ਹੈ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਤੇ ਹਜ਼ੂਰ ਕਹਿੰਦੇ, ਪਰਮਾਤਮਾ ਦੇ ਨਾਮ ਤੋਂ ਬਿਨਾਂ ਖਸਮ ਵਿਸਾਰ ਖੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ। ਅੱਗੇ ਸਖਤ ਹੁਕਮਾਂ ਦੇ ਵਿੱਚ ਤਾਕੀਦ ਕਰ ਦਿੱਤੀ, ਪ੍ਰਾਣੀ ਏਕੋ ਨਾਮ ਧਿਆਵੋ ਆਪਣੀ ਪਤ ਸੇਤੀ ਕਰ ਜਾਵੋ। ਇੱਕੋ ਨਾਮ ਨੂੰ ਧਿਆਉਣਾ ਕਰ ਤਾਂ ਜੋ ਤੇਰਾ ਆਇਆ ਸਫਲਾ ਹੋ ਸਕੇ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡਾ ਆਉਣਾ ਵੀ ਸਫਲਾ ਹੋ ਸਕੇ ਅਤੇ ਸਾਡਾ ਜਾਣਾ ਵੀ ਮੁਬਾਰਕ ਹੋ ਸਕੇ। ਵਿਚਾਰਾ ਕਰਦਿਆਂ ਤੋਂ ਹੋਈਆਂ ਬੇਅੰਤ ਪ੍ਰਕਾਰ ਦੀ ਭੁੱਲਾਂ ਦੀ ਖਿਮਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ ਲੈਣ, ਆਪ ਸਮੂਹ ਸੰਗਤ ਬਖਸ਼ ਲੈਣਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।